ਦੰਦਤ ਬੰਦ ਨਾਨਕ ਬਾਰ ਸਰਬ ਕਲਾ ਸਮਰੱਥ। ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ। शरण तुम्हारी आयो नानक के प्रभ साथ। काम क्रोध लोभ झूठ निंदा इनते आप छिड़ाव। ए भीतर ते इनको डारो आपन निकट बुलाव। अपनी बेद आप जनाव। धन धन महापुरख बाबा सिलोरा साहिब जी, बाबा डोगर महाबली जी, तिन्हां दे पवित्र अस्थानां ते गुरु प्यारी साध संगत। धन 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 सतगुरु श्री गुरु ग्रंथ साहिब महाराज जी की ਕਿਰਪਾ ਦੁਆਰਾ ਜੋ ਅੰਮ੍ਰਿਤ ਵੇਲੇ ਗੁਰਬਾਣੀਆਂ ਦੇ ਨਿਤਨੇਮ ਤੋਂ ਉਪਰੰਤ ਪਵਿੱਤਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਆਓ ਇਹ ਲਾਹਾ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸੰਗਤ ਜੀਓ, ਸਤਿਗੁਰੂ ਦੀ ਮਿਹਰ ਦਾ ਸਦਕਾ ਜੋ ਕਾਫੀ ਸਮੇਂ ਤੋਂ ਚੱਲ ਰਹੀ ਪਵਿੱਤਰ ਗੁਰਬਾਣੀ ਦੀ ਲਗਾਤਾਰ ਵਿਚਾਰ ਅਨੁਸਾਰ ਜੋ ਅੱਜ ਦਾ ਫਰਮਾਨ ਹੈ ਪੰਨਾ 936 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਕਿ ਪਹਿਲਾਂ 2 ਸ਼ਲੋਕ ਪੌੜੀ ਦੇ ਜਿਹੜੇ ਹਨ 935 ਤੋਂ ਆਰੰਭ ਹੁੰਦੇ ਹਨ। ਜੋ ਦੱਖਣੀ ਓਅੰਕਾਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅਤੇ ਆਪ ਜੀ ਨੇ 41 ਪੌੜੀਆਂ ਤੱਕ ਇਸ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ। ਅੱਜ 41 ਪੌੜੀਆਂ ਤੋਂ ਅੱਗੇ 42ਵੀਂ ਪੌੜੀ ਆਰੰਭ ਹੋ ਰਹੀ ਹੈ। ਮਹਾਰਾਜ ਕਿਰਪਾ ਕਰਨ ਅਤੇ ਆਪ ਜੀ ਨੇ ਮਹਾਂਪੁਰਖਾਂ ਨੇ ਸਤਿਗੁਰਾਂ ਨੇ ਅਸੀਸ ਬਖਸ਼ਣੀ ਕਿ ਕੋਈ ਸਮਾਂ ਪਵਿੱਤਰ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਲਈ ਇਹਦੇ ਅਨੁਸਾਰ ਚੱਲਣ ਦੀ ਸਮਰੱਥਾ ਪ੍ਰਾਪਤ ਹੋ ਸਕੇ। ਮਹਾਰਾਜ ਕਿਰਪਾ ਕਰਨ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਇਆ ਮਾਇਆ ਕਰ ਮੋਏ ਮਾਇਆ ਕਿਸੇ ਨਾ ਸਾਥ। ਹੰਸ ਚਲੇ ਉਠ ਡੁੰਮਣਾ ਮਾਇਆ ਭੂਲੀ ਆਥ। ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਇਹ ਸੰਸਾਰਕ ਜੀਵਾਂ ਦੀ ਅਵਸਥਾ ਜੋ ਹਾਲਤ ਹੈ, ਜਿਵੇਂ ਆਪ ਜੀ ਸਰਵਣ ਕਰਦੇ ਹੋ ਮਾਇਆ ਮਨੋ ਨ ਵੀਸਰੈ ਮੰਗੈ ਦੰਮਾ ਦੰਮ ਸੋ ਪ੍ਰਭ ਚੇਤਨ ਆਵਈ ਨਾਨਕ ਨਹੀਂ ਕਰਮ। ਜੋ ਦਮ ਦਮ ਦੇ ਨਾਲ ਸਵਾਸ ਸਵਾਸ ਨਾਲ ਉਹਨੂੰ ਯਾਦ ਕਰਨਾ ਸੀ, ਉਹ ਸਾਡੇ ਕਰਮ ਨਹੀਂ, ਉਹ ਅਸੀਂ ਕਰਦੇ ਨਹੀਂ। ਪਰ ਰਾਤ ਦਿਨੇ ਹਰ ਇੱਕ ਦੀ ਭੱਜ ਦੌੜ ਮਾਇਆ ਵਿੱਚ ਲੱਗੀ ਹੈ। ਇਸ ਮਾਇਆ ਦੀ ਭੱਜ ਦੌੜ ਨੇ ਰਿਸ਼ਤੇਦਾਰ ਸੰਬੰਧੀ ਨਾਤੇ ਤੋੜ ਦਿੱਤੇ ਹਨ।
ਕੋਈ ਇੱਕ ਦੂਜੇ ਦੇ ਨਾਲ ਪ੍ਰੇਮ ਪਿਆਰ ਵਿੱਚ ਵੀ ਅੰਤਰ ਪੈ ਜਾਂਦਾ ਹੈ। ਇਸੇ ਕਾਰਨ ਫਿਰ ਸਤਿਗੁਰੂ ਜੀ ਕਹਿੰਦੇ ਜਿਹਦੇ ਕੋਲ ਹੈ ਨਹੀਂ ਉਹ ਵੀ ਭੱਜਾ ਫਿਰਦਾ ਹੈ, ਜਿਹਦੇ ਕੋਲ ਆ ਜਾਂਦੀ ਉਹਨੂੰ ਵੀ ਚਿੰਤਾ ਹੈ ਜਾਂ ਹੋਰ ਅੱਗੇ ਤ੍ਰਿਸ਼ਨਾ ਵੱਧ ਜਾਂਦੀ ਹੈ। ਇਸ ਤੋਂ ਸੁਖੀ ਕੋਈ ਨਹੀਂ, ਕਿਉਂਕਿ ਜਿੰਨਾ ਚਿਰ ਇਹਦਾ ਪਿੱਛੇ ਮਾਲਕ ਜਿਹੜਾ ਹੈ ਉਹਦੇ ਨਾਲ ਸਾਡੀ ਗੱਲ ਨਹੀਂ ਜੁੜਦੀ। ਇਹ ਪਰਮੇਸ਼ਰ ਦੀ ਛਾਇਆ ਹੈ। ਤੇ ਸਤਿਗੁਰੂ ਜੀ ਕਹਿੰਦੇ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਸਤਿਗੁਰੂ ਜੀ ਕਹਿੰਦੇ ਵੇਖਣ ਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਹਨ, ਬੜਾ ਇਹਦੇ ਨਾਲ ਮੋਹ ਹੈ, ਕਹਿੰਦੇ ਇਹਦੇ ਤੋਂ ਬਿਨਾਂ ਸਰਦਾ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਇਵੇਂ ਸਮਝੋ ਜਿਵੇਂ ਕੱਖਾਂ ਦੀ ਅੱਗ ਜਿਹੜੀ ਹੈ ਬਹੁਤਾ ਚਿਰ ਨਹੀਂ ਰਹਿੰਦੀ, ਬੱਦਲਾਂ ਦੀ ਛਾਂ ਬਹੁਤਾ ਸਮਾਂ ਨਹੀਂ ਰਹਿੰਦੀ, ਅਤੇ ਪਾਣੀ ਜਿਹੜਾ ਹੜਦਾ ਜਲ ਹੈ ਉਹ ਵੀ ਬਹੁਤਾ ਚਿਰ ਨਹੀਂ ਰਹਿੰਦਾ। ਇਸੇ ਪ੍ਰਕਾਰ ਇਹ ਮਾਇਆ ਜਿਹੜੀ ਇੱਕ ਥਾਂ ਟਿਕਦੀ ਨਹੀਂ ਹੈ, ਪਰ ਫਿਰ ਵੀ ਮਨੁੱਖ ਇਹਦੀ ਪਕੜ ਵਿੱਚ ਹੈ। ਅਤੇ ਸਤਿਗੁਰਾਂ ਨੇ ਇਸਤਰੀ ਅਤੇ ਮਾਇਆ ਬਾਰੇ ਇਹ ਫਰਮਾਨ ਕੀਤਾ ਹੈ, ਗਉ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ। ਕਹਿੰਦੇ ਬੜਾ ਯਤਨ ਕੀਤਾ, ਬੜੇ ਧਿਆਨ ਦੇ ਨਾਲ ਇਹ ਮਾਇਆ ਨੂੰ ਕਾਬੂ ਕਰਨ ਵਿੱਚ ਯਤਨ ਕੀਤਾ, ਪਰ ਫਿਰ ਵੀ ਹੱਥ ਵਿੱਚ ਨਾ ਰਹੀ। ਇਹਨੂੰ ਸਾਂਭਣ ਵਾਸਤੇ, ਇਹਨੂੰ ਕੋਲ ਰੱਖਣ ਵਾਸਤੇ ਕਿੰਨੇ ਮਨੁੱਖ ਯਤਨ ਕਰਦਾ ਹੈ, ਪਹਿਰੇਦਾਰ ਰੱਖਦਾ ਹੈ, ਜਿੰਦਰੇ ਮਾਰਦਾ ਹੈ, ਇਹਨੂੰ ਕੋਈ ਪਸ਼ੂਆਂ ਪੰਛੀਆਂ ਦਾ ਡਰ ਨਹੀਂ। ਇਹ ਮਾਇਆ ਨੂੰ ਮਨੁੱਖ ਨੂੰ ਹੀ ਮਨੁੱਖ ਤੋਂ ਡਰ ਆਉਂਦਾ ਹੈ, ਮਨੁੱਖ ਦਾ ਹੀ ਮਨੁੱਖ ਨੂੰ ਡਰ ਹੈ। ਅਤੇ ਇਸ ਕਰਕੇ ਇਹ ਫਿਰ ਵੀ ਕਿਸੇ ਕੋਲ ਸਦਾ ਨਹੀਂ ਰਹੀ। ਜਿਹੜੇ ਕਾਰੂ ਪਾਤਸ਼ਾਹ ਜਿਹੜਾ ਸੀ, ਆਪ ਜਾਣਦੇ ਹੋ, ਜਿਹਨੂੰ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, 40 ਗੰਜ ਜਿਸਨੇ ਮਾਇਆ ਦੇ ਜੋੜੇ ਸਨ। ਅਤੇ ਉਹ ਵੀ ਜਦੋਂ ਅੰਤ ਸਮਾਂ ਆਇਆ ਅਤੇ ਸਾਰੇ ਦੁੱਖਾਂ ਦੇ ਵਿੱਚ ਉਹਦੇ ਸੁੱਖ ਜਿਹੜੇ ਸੀ ਉਹ ਬਦਲ ਗਏ। ਹਰ ਇੱਕ ਚੀਜ਼ ਤੋਂ ਦੁਖੀ ਹੋ ਗਿਆ, ਰਿਸ਼ਤੇ ਨਾਤੇ ਘਰ-ਬਾਰ ਮਹਿਲ ਮਾੜੀਆਂ ਰਾਜ ਦਰਬਾਰ ਜਿਹੜਾ ਸੀ ਉਹ ਹੁਣ ਉਹਨੂੰ ਚੰਗਾ ਨਹੀਂ ਲੱਗਦਾ। ਆਖਿਰ ਸਾਰਿਆਂ ਦਾ ਵੇਖਿਆ ਕਿ ਜਦੋਂ ਆਸਰਾ ਪਿਛਾਂਹ ਹੋ ਗਿਆ ਹੈ, ਕੋਈ ਹੁਣ ਮੇਰੇ ਨਾਲ ਜੁੜਨ ਵਾਲਾ ਨਹੀਂ, ਦੁੱਖ ਵੰਡਾਉਣ ਵਾਲਾ ਨਹੀਂ, ਅਤੇ ਮਾਇਆ ਦੇ ਖਜ਼ਾਨਿਆਂ ਵਾਲੇ ਹੱਥ ਕਰਕੇ ਕਹਿੰਦਾ, ਹੇ ਮਾਇਆ ਤੂੰ ਮੇਰਾ ਸਾਥ ਨਿਭਾ। ਜੇ ਮਾਇਆ ਕਹਿਣ ਲੱਗੀ ਜੇ ਮੈਂ ਇਸ ਤਰ੍ਹਾਂ ਇੱਕ ਦੇ ਕਾਬੂ ਆ ਜਾਵਾਂ ਅਤੇ ਮੈਂ ਸੰਸਾਰ 'ਤੇ ਕਾਮਯਾਬ ਨਹੀਂ ਹੋ ਸਕਦੀ। ਇਸ ਕਰਕੇ ਤੇਰੇ ਵਰਗੇ ਕਈ ਆਏ ਅਤੇ ਕਈ ਚਲੇ ਗਏ। ਜੇ ਮੈਂ ਇੱਕ ਦੇ ਨਾਲ ਜਾਣ ਲੱਗਾ ਅਤੇ ਬਾਕੀ ਸੰਸਾਰ ਕੀ ਕਰੇਗਾ। ਆਖਿਰ ਉਹਨੇ ਇਸ ਤਰ੍ਹਾਂ ਜਦੋਂ ਇਹ ਵਿਚਾਰ ਸੁਣੀ, ਇੱਕ ਉਰਦੂ ਦੇ ਕਵੀ ਨੇ ਇਹਦੇ ਬਾਰੇ ਬੜਾ ਯਤਨ ਕੀਤਾ ਹੈ, ਹੋਰ ਭਾਸ਼ਾ ਵਿੱਚ ਵੀ ਆਉਂਦਾ ਹੈ, ਲਿਖਣ ਵਾਸਤੇ ਉਹਨੇ ਦੱਸਿਆ ਹੈ, ਲਿਖ ਕੇ ਸੰਸਾਰ ਦੇ ਲੋਕਾਂ ਨੂੰ, ਕਿ ਉਹੋ ਹੀ ਬਾਦਸ਼ਾਹ ਫਿਰ ਕਹਿਣ ਲੱਗਾ, ਜਦੋਂ ਅੰਤ ਸਮਾਂ ਵੇਖਿਆ ਆ ਗਿਆ ਅਤੇ ਕਹਿਣ ਲੱਗਾ, ਆਖਰ ਨੂੰ ਮੇਰੇ ਦੋਵੇਂ ਹੱਥ ਬਾਹਰ ਕੱਢ ਦਿਓ, ਖਾਲੀ ਹੱਥ ਜਿਹੜੇ ਲੋਕਾਂ ਨੂੰ ਪਤਾ ਲੱਗ ਜਾਵੇ, ਜੋ ਸਾਰੀ ਉਮਰ ਜੋੜਦਾ ਰਿਹਾ, ਮੁਰਦਿਆਂ ਦੇ ਮੂੰਹ ਵਿੱਚੋਂ ਹੀ ਪੈਸੇ ਕੱਢ ਕੱਢ ਕੇ ਇਕੱਠੇ ਕੀਤੇ, ਅੰਤ ਨੂੰ ਕੋਈ ਨਾਲ ਨਹੀਂ ਗਿਆ, ਇੱਥੋਂ ਖਾਲੀ ਹੱਥ ਹੀ ਜਾਣਾ ਪਿਆ। ਅਤੇ ਸਤਿਗੁਰੂ ਜੀ ਕਥਨ ਕਰਦੇ ਹਨ, ਇਹ ਤਾਂ ਹੈ ਯਤਨ ਕੀਤਾ ਹੱਥ ਨਹੀਂ ਆਈ। ਅਤੇ ਕਹਿੰਦੇ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ ਪਈ। ਕਹਿੰਦੇ ਜਦੋਂ ਪਰਮੇਸ਼ਰ ਨਾਲ ਮੁੱਢ ਨਾਲ ਜੁੜ ਗਏ ਅਤੇ ਇਹਨੂੰ ਮੰਗਣ ਦੀ ਲੋੜ ਨਹੀਂ, ਆਪੇ ਮਗਰ ਮਾਇਆ ਆ ਜਾਂਦੀ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਤਿਹਾਸ ਕਹਿੰਦਾ ਹੈ ਕਿ 12 ਕੋ ਮਾਇਆ ਪਿਛਾਂਹ ਰਹੀ, ਮਾਇਆ ਦਾ ਅਸਰ ਨਹੀਂ ਗੁਰੂ ਨਾਨਕ 'ਤੇ ਪਿਆ। ਮਾਇਆ ਗੁਰੂ ਨਾਨਕ ਨੂੰ ਡਲਾ ਨਹੀਂ ਸਕੀ। ਹੀਰੇ ਮੋਤੀ ਜਵਾਹਰਾਤ ਕੋਈ ਚੀਜ਼ਾਂ ਪਦਾਰਥ ਉਹਨਾਂ ਨੂੰ ਡਲਾ ਨਹੀਂ ਸਕੇ। ਇਹਨੇ ਬੜੇ ਤਰਲੇ ਕੀਤੇ ਕਿ ਮੈਨੂੰ ਮਹਾਰਾਜ ਸੇਵਾ ਬਖਸ਼ੋ, ਅਤੇ ਸਤਿਗੁਰਾਂ ਇਹਦੀ ਬੇਨਤੀ ਪ੍ਰਵਾਨ ਨਾ ਕੀਤੀ। ਅਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੂਜੇ ਪਾਤਸ਼ਾਹ
ਇਹਨਾਂ ਤੋਂ 6 ਕੋ ਮਾਇਆ ਪਿੱਛੇ ਰਹੀ ਹੈ, 6 ਕੋ ਨੇੜੇ ਹੋ ਗਈ ਹੈ। ਇਹਨਾਂ ਕੋਲ ਵੀ ਬੜੀ ਬੇਨਤੀ ਕੀਤੀ। ਉਹਨਾਂ ਕਿਹਾ ਸਤਿਗੁਰਾਂ ਨੇ ਤੈਨੂੰ ਪ੍ਰਵਾਨ ਨਹੀਂ ਕੀਤਾ, ਅਸੀਂ ਕਿਵੇਂ ਉਹਨਾਂ ਦੇ ਹੁਕਮ ਤੋਂ ਇਸੇ ਵੇਲੇ ਬਦਲ ਜਾਈਏ। ਤੇ ਫਿਰ ਅੱਗੇ ਦੱਸਦੇ ਹਨ ਕਿ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਪਾਤਸ਼ਾਹ ਦੀ ਵਾਰੀ ਆਈ ਤੇ ਉਹਨਾਂ ਦੇ ਦਰ ਅੱਗੇ ਦਰਵਾਜ਼ੇ ਅੱਗੇ ਜਾ ਕੇ ਪੁਕਾਰਾਂ ਮਾਇਆ ਕਰਨ ਲੱਗੀ ਕਿ ਕਲਯੁਗ ਦੇ ਵਿੱਚ ਜੋ ਪਿੱਛੇ ਨਹੀਂ ਬਖਸ਼ੇ ਗਏ, ਜਿਨ੍ਹਾਂ ਦਾ ਨਿਬੇੜਾ ਕੋ ਰਹਿ ਗਿਆ, ਉਹ ਕਲਯੁਗ ਦੇ ਵਿੱਚ ਉਹਨਾਂ ਦਾ ਲੇਖਾ ਪੂਰਾ ਹੋਣਾ ਹੈ। ਤੇ ਗੁਰੂ ਨਾਨਕ ਦਾ ਘਰ ਐਸਾ ਹੈ ਜਿਹਦੀ ਕਿਤੇ ਆਸ ਪੂਰੀ ਨਹੀਂ ਹੋਈ, ਇੱਥੋਂ ਹੋਵੇਗੀ। ਤੇ ਮਾਇਆ ਕਹਿਣ ਲੱਗੀ ਮੈਂ ਵੀ ਤਾਂ ਸਫਲੀ ਹੋਵਾਂਗੀ ਜੇ ਤੇਰੇ ਘਰ ਦੀ ਸੇਵਾ ਮਿਲ ਜਾਵੇ। ਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਹੇ ਮਾਇਆ, ਜੇ ਤੂੰ ਜ਼ਿਆਦੀਆਂ ਹੀ ਪੁਕਾਰਾਂ ਕਰਦੀ ਹੈ, ਸੇਵਾ ਕਰਨੀ ਚਾਹੁੰਦੀ ਹੈ, ਤੇ ਤੈਨੂੰ ਹੁਣ ਚੌਥੇ ਜਾਮੇ ਵਿੱਚ ਸੇਵਾ ਦਾ ਮੌਕਾ ਮਿਲੇਗਾ। ਤੂੰ ਗੁਰੂ ਰਾਮਦਾਸ ਦੇ ਘਰ ਵੱਧ ਤੋਂ ਵੱਧ ਜਿੰਨੀ ਚਾਹਵੇਂ ਸੇਵਾ ਕਰ ਲਈ। ਚਾਰਨ ਕਰੋ ਸ੍ਰੀ ਵਾਹਿਗੁਰੂ। ਗੁਰੂ ਕੀ ਸਾਧ ਸੰਗਤ ਆ ਵੇਖਦੇ ਹੋ, ਇਹ ਵੱਖਰੀ ਗੱਲ ਹੈ ਕਿ ਸਾਡੇ ਆਗੂ ਜਿਹੜੇ ਹਨ ਉਹ ਇਸ ਗੱਲ ਨੂੰ ਹੇਰਾ ਫੇਰੀ ਨਾਲ ਬਦਲ ਜਾਣ, ਤੇ ਵੱਖਰੀ ਗੱਲ ਹੈ। ਪਰ ਜਿੰਨੀ ਮਾਇਆ ਗੁਰੂ ਰਾਮਦਾਸ ਦੇ ਘਰ ਆਉਂਦੀ ਹੈ, ਇੰਨੀ ਅੱਜ ਤੱਕ ਕਿਸੇ ਬਾਦਸ਼ਾਹ ਕੋ, ਕਿਸੇ ਰਾਜੇ ਮਹਾਰਾਜੇ ਕੋ ਇਸ ਪ੍ਰਕਾਰ ਨਹੀਂ ਆਈ। ਕਈਆਂ ਪ੍ਰੇਮੀਆਂ ਨੇ ਦੱਸਿਆ ਹੈ, ਕਈਆਂ ਨੇ ਵੇਖਿਆ ਹੈ ਕਿ ਕਈ ਵਾਰ ਐਸਾ ਮਾਇਆ ਦਾ ਚੱਕਰ ਚੱਲਿਆ ਹੈ ਉੱਥੇ, ਜਿਵੇਂ ਕਿ ਹਵਾ ਜ਼ੋਰ ਦੇ ਨਾਲ ਹਨੇਰੀ ਵਗਦੀ ਹੈ ਅਤੇ ਪੱਤੇ ਡਿੱਗਦੇ ਹਨ ਰੁੱਖ ਤੋਂ। ਕਈ ਵਾਰ ਇਸ ਤਰ੍ਹਾਂ ਮਾਇਆ ਪ੍ਰਕਰਮਾਂ ਦੇ ਵਿੱਚ ਡਿੱਗਦੀ ਵੇਖੀ ਕਈਆਂ। ਚਾਰਨ ਕਰੋ ਸ੍ਰੀ ਵਾਹਿਗੁਰੂ। ਸੋ ਗੁਰੂ ਪਿਆਰੀ ਸਾਧ ਸੰਗਤ, ਇਸ ਤੋਂ ਹੋਰ ਆਪਾਂ ਗਵਾਹੀ ਲੈਣੀ ਹੋਵੇ ਤੇ ਧੰਨ ਬਾਬਾ ਨਾਉਦ ਸਿੰਘ ਜੀ ਸ਼ਹੀਦ, ਤੇ ਉਹਨਾਂ ਦੇ ਵੇਖੋ ਦਰ 'ਤੇ ਸੜਕ ਦੇ ਉੱਤੇ ਕਿੰਨੀ ਮਾਇਆ ਰੁਲ ਰਹੀ ਹੈ ਸੇਵਾ ਦੇ ਵਾਸਤੇ ਮਹਾਂਪੁਰਖਾਂ ਦੇ ਦਰਾਂ ਸਥਾਨਾਂ 'ਤੇ। ਕਿਉਂਕਿ ਜਿਹੜੇ ਪਰਮੇਸ਼ਰ ਨਾਲ ਮੁੱਢ ਨਾਲ ਜੁੜ ਗਏ ਤੇ ਮਾਇਆ ਨੂੰ ਆਪਣੇ ਆਪ ਉਹਨਾਂ ਦੀ ਸੇਵਾ ਕਰਨੀ ਜਿਹੜੀ ਹੈ ਮਿਲ ਜਾਂਦੀ ਹੈ। ਜਿਹਨੂੰ ਲੋਕੀ ਤਰਸਦੇ ਹਨ, ਜਿਹਦੇ ਤੋਂ ਲੜਾਈ ਝਗੜੇ ਕਈ ਤਰ੍ਹਾਂ ਦੇ ਹੇਰਾ ਫੇਰੀਆਂ ਛਲ ਫਰੇਬ ਹੁੰਦੇ ਹਨ, ਉਹ ਆਪ ਪਿੱਛੇ ਪਿੱਛੇ ਜੀਵਦੇ ਫਿਰਦੀ ਹੈ। ਜਦੋਂ ਇਹਦਾ ਧਿਆਨ ਛੱਡ ਦਈਏ ਤੇ ਮੁੱਢ ਨਾਲ ਜੁੜ ਜਾਈਏ। ਸਤਿਗੁਰੂ ਜੀ ਕਥਨ ਕਰਦੇ ਹਨ, ਇਹਦੇ ਤੋਂ ਸੁੱਖ ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ, ਪਰ ਮਨੁੱਖ ਸਭ ਤੋਂ ਵੱਧ ਮਾਇਆ ਹੀ ਮੰਗਦਾ ਹੈ। ਤੇ ਮਾਇਆ ਇਕੱਲੇ ਮਾਇਆ ਰੁਪਈਆਂ ਦੇ ਵਿੱਚ ਹੀ ਨਹੀਂ, ਧੀਆਂ ਪੁੱਤਰ, ਕੋਠੀਆਂ, ਮਹਿਲ ਮਾੜੀਆਂ, ਮਸ਼ੀਨਰੀ, ਐਸ਼ ਪ੍ਰਤੀ, ਜੋ ਇਹ ਸਭ ਮਾਇਆ ਦਾ ਹੀ ਚੱਕਰ ਹੈ, ਮਾਇਆ ਦਾ ਹੀ ਰੂਪ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਸੰਤ ਜੀਵੇ ਪ੍ਰਭ ਓਟ ਤੁਮਾਰੀ। ਜਿਹੜੇ ਪਰਮੇਸ਼ਰ ਨੂੰ ਯਾਦ ਕਰਨ ਵਾਲੇ ਹਨ ਉਹ ਉਹਦੇ ਆਸਰੇ ਜਿਉਂਦੇ ਹਨ, ਇਹਦਾ ਆਸਰਾ ਨਹੀਂ ਤੱਕਦੇ, ਇਹਦੀ ਪੂਜਾ ਨਹੀਂ ਕਰਦੇ। ਅਸੀਂ ਆਪਣੇ ਗੁਰੂ ਦੀ ਤੇ ਭਾਵੇਂ ਸੇਵਾ ਨਾ ਕਰ ਸਕੀਏ, ਤੇ ਆਮ ਲੋਕਾਂ ਦੇ ਇਹ ਕਈਆਂ ਦੇ ਮਨ ਵਿੱਚ ਹੁੰਦਾ ਕਿ ਲక్ష్ਮੀ ਦੀ ਪੂਜਾ ਜ਼ਰੂਰੀ ਹੈ। ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਜਿਹੜਾ ਮਾਲਕੀ ਦੇ ਵੱਲ ਨਹੀਂ ਤੇ ਉਹਦੀ ਦਾਸੀ ਕੀ ਕਰੇਗੀ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇਹ ਜੀਵ ਕਹਿੰਦਾ ਹਾਏ ਮਾਇਆ, ਹਾਏ ਮਾਇਆ, ਐਸੇ ਕਰਦੇ ਸਭ ਮਰ ਜਾਂਦੇ ਹਨ। ਛਾਲ ਰੂਪ ਮਾਇਆ ਦੇ ਪਿੱਛੇ ਲੱਗ ਕੇ ਸਾਰੇ ਮਰ ਜਾਂਦੇ ਹਨ, ਪਰੰਤੂ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਨਾ ਜਾਵੇਗੀ। ਜਾਵੇਗਾ ਤੇ ਪਰਮੇਸ਼ਰ ਦਾ ਇੱਕ ਨਾਮ ਹੀ ਨਾਲ ਜਾਂਦਾ ਹੈ। ਚੰਗਿਆਈ ਬੁਰਿਆਈ ਜਾਂਦੀ ਹੈ, ਇਹ ਦੁਨਿਆਵੀ ਵਸਤੂ ਕੋਈ ਨਾਲ ਨਹੀਂ ਜਾਣ ਵਾਲੀ। ਤੇ ਮਹਾਰਾਜ ਕਥਨ ਕਰਦੇ, ਜਿਸ ਵੇਲੇ ਇਹ ਜੀਵ ਦੁਖੀ ਹੁੰਦਾ ਹੈ, ਦੁਚਿੱਤੀ ਵਿੱਚ ਪੈ ਜਾਂਦਾ, ਦੁਚਿੱਤਾ ਹੁੰਦਾ ਹੈ, ਨਿੰਮੂ ਚੋਣਾ ਹੋਇਆ ਉੱਠ ਚੱਲਦਾ ਹੈ, ਤਦ ਮਾਇਆ ਇੱਥੇ ਹੀ ਭੁੱਲ ਜਾਂਦੀ ਹੈ। ਮਾਇਆ ਵਿੱਚ ਲੱਗ ਕੇ ਬੁੱਧੀ ਭੁੱਲ ਗਈ ਹੈ। ਇਹ ਮਾਇਆ ਨੇ ਇਸ ਦੀ ਮੱਤ ਜਿਹੜੀ ਹੈ ਉਹ ਕਮਲੀ ਕਰ ਦਿੱਤੀ ਹੈ। ਸਤਿਗੁਰੂ ਜੀ ਕਥਨ ਕਰਦੇ, ਇਹ ਤੇ ਮਾਇਆ ਨੂੰ ਵੇਖ ਕੇ ਕਮਲਾ ਹੋ ਗਿਆ, ਪਰ ਮਾਇਆ ਇਹਨੂੰ ਭੁੱਲ ਗਈ, ਉਹ ਹੋਰ ਕਿਸੇ ਕੋਲ ਚੱਲ ਗਈ, ਇਹਦੇ ਕਈ ਮਾਲਕ ਬਣੇ। ਸਤਿਗੁਰਾਂ ਨੇ ਉੱਥੇ ਮਿਸਾਲ ਦਿੱਤੀ ਗੁਰਬਾਣੀ ਵਿੱਚ, ਖਸਮ ਮਰੇ ਤੋ ਨਾਰ ਨਾ ਰੋਵੈ, ਉਸ ਰਖਵਾਰਾ ਅਵਰੋ ਹੋਵੈ, ਰਖਵਾਰੇ ਕਾ ਹੋਏ ਬਨਾਸ, ਆਗੇ ਨਰਕੀਆਂ ਭੋਗ ਬਿਲਾਸ। ਕਹਿੰਦੇ ਇਹ ਜਿਹੜੀ ਮਾਇਆ ਹੈ, ਜਦੋਂ ਕੋਈ ਇਹਦਾ ਮਾਲਕ ਚਲਿਆ ਜਾਂਦਾ ਹੈ ਤੇ ਇਹ ਮਾਇਆ ਕਦੇ ਉਹਦਾ ਦੁੱਖ ਨਹੀਂ ਮਨਾਉਂਦੀ, ਤੇ ਉਹਦੇ ਮਾਲਕ ਹੋਰ ਕਈ ਬਣ ਜਾਂਦੇ ਹਨ, ਕਈਆਂ ਨੂੰ ਹੋਰ ਮਾਲਕ ਬਣਾ ਲੈਂਦੀ ਹੈ।
ਤੇ ਉਹ ਇੱਥੇ ਤੇ ਭੋਗ ਵਿਲਾਸ ਕਰਦਾ ਹੈ, ਐਸ਼ ਕਰਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਅੱਗੇ ਫਿਰ ਨਰਕਾਂ ਵਿੱਚ ਖੜਦੀ ਹੈ ਇਸ ਨੂੰ। ਤੇ ਜੇ ਮਾਇਆ ਛੱਡ ਕੇ ਪਰਮੇਸ਼ਰ ਨਾਲ ਜੁੜ ਜਾਈਏ ਤੇ ਇਹੀ ਮਾਇਆ ਜਿਹੜੀ ਹੈ ਚੰਗੇ ਪਾਸੇ ਲੱਗ ਕੇ ਜੀਵ ਨੂੰ ਚੰਗੇ ਪਾਸੇ ਤਾਰ ਵੀ ਦਿੰਦੀ ਹੈ। ਧਨ ਪਦਾਰਥ ਜਿਹੜਾ ਹੈ, ਮਾਇਆ ਹੈ, ਪਰਮੇਸ਼ਰ ਦੇ ਰਾਹ 'ਤੇ ਖਰਚੀ ਜਾਵੇ, ਚੰਗੇ ਪਾਸੇ ਸੇਵਾ ਵਿੱਚ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਵੇ, ਜਿੱਥੇ ਲੋੜ ਹੈ ਗੁਰੂ ਘਰ ਵਰਤੀ ਜਾਵੇ। ਇਹ ਮਾਇਆ ਹੀ ਜੀਵ ਨੂੰ ਜਿਹੜੇ ਹੈ ਚੰਗੇ ਪਾਸੇ ਪ੍ਰੇਰਣਾ ਦਿੰਦੀ ਹੈ। ਇਹ ਚੰਗੇ ਪਾਸੇ ਦਾਨ ਕੀਤਾ ਖਿੱਚ ਪਾਉਂਦਾ ਹੈ ਤੇ ਜੀਵ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ, ਮਨ ਝੂਠਾ ਜਮ ਜੋ ਹੋਇਆ, ਅਵਗਣ ਚੱਲੇ ਨਾਲ, ਮਨ ਮੈਂ ਮਨ ਉਲਟੋ ਮਰੈ, ਜੇ ਗੁਣ ਹੋਵੇ ਨਾਲ। ਝੂਠ ਬੋਲਣ ਵਾਲੇ ਜੀਵ ਨੂੰ ਜਮਾਂ ਨੇ ਵੇਖਿਆ ਹੈ, ਇਹ ਝੂਠਾ ਹੈ, ਇਹ ਛੇਤੀ ਸਾਡੇ ਕਾਬੂ ਆ ਜਾਵੇਗਾ, ਇਹਦੇ 'ਚ ਪਾਪ ਹਨ, ਇਹਨੂੰ ਛੇਤੀ ਪਕੜ ਲਵਾਂਗੇ। ਕਿਉਂਕਿ ਜਿੰਨਾ ਬੰਦਾ ਬਹੁਤੇ ਚੰਗੇ ਗੁਣਾਂ ਵਾਲਾ ਹੋਏਗਾ ਉਹਦੇ ਨੇੜੇ ਜਮਦੂਤ ਨਹੀਂ ਆਉਂਦੇ, ਅਤੇ ਜਿੰਨਾ ਔਗਣਾਂ ਦਾ ਭਰਿਆ ਹੈ ਉਹਨਾਂ ਨੂੰ ਕਾਬੂ ਕਰਨਾ ਸੌਖਾ ਹੈ। ਅਤੇ ਔਗਣ ਇਸ ਦੇ ਨਾਲ ਹੀ ਤੁਰ ਪੈਂਦੇ ਹਨ। ਜੇਕਰ ਸ਼ੁਭ ਗੁਣ ਜੀਵ ਦੇ ਨਾਲ ਹੋਵਣ ਤਾਂ ਮਨ ਦੇ ਵਿੱਚ ਹੀ ਮਨ ਉਲਟ ਕੇ ਜੀਵਤ ਭਾਅ ਤੋਂ ਮਰ ਜਾਂਦਾ ਹੈ। ਜਿਹਦੇ ਕੋਲ ਚੰਗੇ ਗੁਣ ਹੋਣ ਤੇ ਹਉਮੈ ਖਤਮ ਹੋ ਜਾਂਦੀ ਹੈ, ਤੇ ਇਹ ਕਹਿੰਦਾ ਮੈਂ ਕੁਝ ਵੀ ਨਹੀਂ, ਨਾ ਮੈਂ ਕਰਨਾ ਹੈ, ਨਾ ਕੀਤਾ, ਨਾ ਕਰਾਂਗਾ, ਜੋ ਹੋਣਾ ਉਹਦਾ ਕੀਤਾ ਹੋਣਾ ਹੈ। ਤੇ ਸਤਿਗੁਰੂ ਜੀ ਤਾਂ ਹੀ ਕਿਹਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਇਹ ਚੰਗਿਆਈ ਤੇ ਬੁਰਿਆਈ ਦਾ ਭਾਵ ਨਾਲ ਜਾਂਦਾ ਹੈ। ਦੋ ਤਰ੍ਹਾਂ ਦਾ ਭਾਰ ਜੀਵ ਨੂੰ ਚੁੱਕਣਾ ਪੈਂਦਾ, ਪੰਡਾ ਜਾਂਦੀਆਂ ਹਨ। ਚੰਗੇ ਗੁਣਾਂ ਦੀਆਂ ਜਿਹੜੀਆਂ ਉਹਦਾ ਭਾਰ ਨਹੀਂ ਹੈ, ਕਿਉਂਕਿ ਸ਼ੁਭ ਗੁਣਾਂ ਦਾ ਭਾਰ ਨਹੀਂ। ਕੋਈ ਵੀ ਜਿਹੜਾ ਗੁਣਵਾਨ ਹੋਵੇਗਾ ਕਿਸੇ ਦੇ ਬੋਝ ਨਹੀਂ ਬਣੇਗਾ, ਅਤੇ ਜਿਹੜਾ ਲਾਲਚੀ ਜਾਂ ਹੋਰ ਕਿਸੇ ਪ੍ਰਕਾਰ ਦਾ ਜਿਹਦੇ ਮਨ 'ਚ ਭਾਵ ਹੋਵੇਗਾ ਉਹ ਬੋਝ ਬਣ ਜਾਂਦਾ ਹੈ। ਚੰਗੇ ਗੁਣ ਵਾਲਾ ਜਿਹੜਾ ਹੈ ਉਹ ਐਵੇਂ ਹੈ ਕਹਿੰਦੇ ਜਿਵੇਂ ਚੰਬੇਲੀ ਦੇ ਫੁੱਲ ਦੀ ਵਾਸ਼ਨਾ ਵੀ ਹੁੰਦੀ ਹੈ, ਪਰ ਉਹਦਾ ਭਾਰ ਨਹੀਂ ਹੁੰਦਾ ਬਹੁਤਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਲਤਾਨ ਦੇ ਵਿੱਚ ਗਏ ਹਨ, ਅਤੇ ਮਲਤਾਨ ਨੂੰ ਪੀਰੀਪੁਰ ਮਲਤਾਨ ਕਿਹਾ ਜਾਂਦਾ ਸੀ ਕਿ ਪੀਰਾਂ ਦੇ ਨਾਲ ਪਹਿਲਾਂ ਹੀ ਪੂਰਾ ਹੋਇਆ ਹੈ ਮਲਤਾਨ। ਇੰਨੇ ਪੀਰ ਉੱਥੇ ਰਹਿੰਦੇ ਸਨ, ਆਪਣੇ ਆਪ ਵਿੱਚ ਬੜੇ ਕਹਿੰਦੇ ਕਹਾਉਂਦੇ। ਜਦੋਂ ਉਹਨਾਂ ਨੇ ਦੇਖਿਆ ਕਿ 3 ਜਾਣੇ ਹੋਰ ਆ ਗਏ ਹਨ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਗੁਰੂ ਨਾਨਕ ਪਾਤਸ਼ਾਹ, ਉਹਨਾਂ ਸੋਚਿਆ ਕਿ ਇਹਦੇ ਨਾਲ ਹੋਰ ਸਾਨੂੰ ਫਰਕ ਪੈ ਜਾਵੇਗਾ। ਕਿਉਂਕਿ ਲਾਲਚੀ ਬੰਦਾ ਇਹ ਕਹਿੰਦਾ ਜਿੰਨੇ ਥੋੜ੍ਹੇ ਜਾਣੇ ਹੋਣ ਹਿੱਸਾ ਜ਼ਿਆਦਾ ਆਵੇਗਾ, ਅਤੇ ਜਿੰਨੇ ਬਹੁਤੇ ਹੋਣਗੇ ਹਿੱਸਾ ਘੱਟ ਜਾਵੇਗਾ। ਅਤੇ ਸਤਿਗੁਰੂ ਕੀ ਸੰਗਤ ਫਿਰ ਉਸ ਵੇਲੇ ਕੀ ਹੋਇਆ, ਉਹਨਾਂ ਨੇ ਇਹਨਾਂ ਨੂੰ ਇੱਕ ਆਪਣੇ ਵੱਲੋਂ ਸੁਨੇਹਾ ਦੇਣ ਵਾਸਤੇ, ਆਪਣੀ ਮੱਤ ਦੇਣ ਵਾਸਤੇ, ਜਾਂ ਇਹਨਾਂ ਨੂੰ ਅੱਗੋਂ ਟਾਲਣ ਵਾਸਤੇ ਐਸਾ ਯਤਨ ਕੀਤਾ ਕਿ ਭਰ ਕੇ ਕਟੋਰਾ ਜਿਹੜਾ ਸੀ ਦੁੱਧ ਦਾ ਭੇਜਿਆ। ਅਤੇ ਮਰਦਾਨਾ ਕਹਿਣ ਲੱਗਾ, ਮਹਾਰਾਜ ਦੁੱਧ ਆਇਆ ਹੈ। ਅਤੇ ਸਤਿਗੁਰੂ ਜੀ ਕਹਿੰਦੇ, ਕਰਤਾਰ ਦਾ ਨਾਮ ਜਪ ਤੋਂ ਆਪਾਂ ਦੁੱਧ ਨੂੰ ਕੀ ਕਹਿਣਾ ਹੈ। ਕਹਿੰਦੇ ਜਦੋਂ ਦੁੱਧ ਆਇਆ ਸਤਿਗੁਰਾਂ ਦੇ ਕੋਲ, ਅਤੇ ਮਹਾਰਾਜ ਜੀ ਜਾਣਦੇ ਸਨ, ਉਹਨਾਂ ਉਸ ਵੇਲੇ ਚੰਬੇਲੀ ਦਾ ਫੁੱਲ ਵੇਖਿਆ, ਅਤੇ ਉਹ ਚੰਬੇਲੀ ਦਾ ਫੁੱਲ ਲੈ ਕਰਕੇ ਉਸ ਭਾਂਡੇ ਦੇ ਵਿੱਚ ਦੁੱਧ ਦੇ ਉੱਤੇ ਰੱਖ ਦਿੱਤਾ, ਅਤੇ ਭਾਂਡੇ ਵਿੱਚੋਂ ਸ਼ੁਭ ਵਾਸ਼ਨਾ ਆਉਣ ਲੱਗ ਪਈ। ਦੁੱਧ ਦਾ ਭਰਿਆ ਹੋਇਆ ਉਹ ਭਾਂਡਾ ਡੁੱਲਿਆ ਨਹੀਂ, ਫੁੱਲ ਵਿੱਚ ਰੱਖਣ ਕਰਕੇ ਉਛਲਿਆ ਨਹੀਂ, ਅਤੇ ਵਾਪਸ ਕਰ ਦਿੱਤਾ। ਅਤੇ ਸਤਿਗੁਰੂ ਨੂੰ ਮਹਾਰਾਜ ਦੇ ਅੱਗੇ ਬੇਨਤੀ ਕੀਤੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੇ ਕੋਈ ਪਦਾਰਥ ਆਉਂਦਾ ਤੁਸੀਂ ਛਕਣ ਨਹੀਂ ਦਿੰਦੇ, ਤੁਸੀਂ ਮੋੜ ਦਿੱਤਾ ਹੈ, ਕੀ ਕਾਰਨ। ਸਤਿਗੁਰੂ ਜੀ ਕਹਿੰਦੇ, ਭਾਈ ਮਰਦਾਨਾ ਉਹਨਾਂ ਨੇ ਦੁੱਧ ਛਕਣ ਵਾਸਤੇ ਨਹੀਂ, ਪਰਖਣ ਵਾਸਤੇ ਘੱਲਿਆ ਹੈ, ਆਪਣੇ ਲਾਲਚ ਵਾਸਤੇ ਘੱਲਿਆ, ਆਪਣੇ ਡਰ ਦਾ ਕਰਕੇ। ਇਸ ਕਰਕੇ ਜਿਹਦੇ ਕੋਲ ਕੋਈ ਦਰਜਾ, ਕੋਈ ਕੁਰਸੀ, ਕੋਈ ਚੌਧਰ ਆ ਜਾਂਦੀ, ਉਹ ਕਹਿੰਦਾ ਮੇਰੇ ਤੋਂ ਖੁਸ਼ ਨਾ ਜਾਵੇ, ਇਹ ਮੇਰਾ ਮਾਣ ਨਾ ਘਟ ਜਾਵੇ, ਮੇਰਾ ਅਧਿਕਾਰ ਨਾ ਘਟ ਜਾਵੇ।
ਇਹਨਾਂ ਨੇ ਦੁੱਧ ਦਾ ਭਰਿਆ ਕਟੋਰਾ ਘੜਿਆ ਇਹ ਤਾਂ ਭੇਜਿਆ ਹੈ ਕਿ ਮਲਤਾਨ ਅੱਗੇ ਪੀਰਾਂ ਨਾਲ ਭਰਿਆ ਹੈ, ਜਿਵੇਂ ਭਾਂਡਾ ਦੁੱਧ ਨਾਲ ਭਰਿਆ ਹੋਇਆ ਹੈ, ਅਤੇ ਤੁਸੀਂ ਇੱਥੇ ਨਾ ਠਹਿਰੋ, ਤੁਹਾਡੀ ਲੋੜ ਨਹੀਂ। ਅਤੇ ਸਤਿਗੁਰਾਂ ਨੇ ਕਿਹਾ ਚੰਬੇਲੀ ਦਾ ਫੁੱਲ ਵਿੱਚ ਇਸ ਕਰਕੇ ਰੱਖਿਆ, ਅਸੀਂ ਕਿਹਾ ਅਸੀਂ ਬੋਝ ਬਣ ਨਹੀਂ ਆਏ, ਤੁਹਾਡਾ ਨੁਕਸਾਨ ਕਰਨ ਨਹੀਂ ਆਵੇ। ਜੇ ਭਾਂਡੇ ਭਰੇ ਵਿੱਚ ਕੋਈ ਚੀਜ਼ ਪਾਈਏ ਅਤੇ ਵਸਤੂ ਡੁੱਲਦੀ ਹੈ, ਅਸੀਂ ਤੁਹਾਡਾ ਨੁਕਸਾਨ ਕਰਨ ਨਹੀਂ ਆਏ, ਅਸੀਂ ਚੰਬੇਲੀ ਦੇ ਫੁੱਲ ਵਾਂਗੂ ਵਾਸ਼ਨਾ ਦੇਣ ਆਏ ਹਾਂ ਚੰਗੇ ਗੁਣਾਂ ਦੀ ਪਰਮੇਸ਼ਰ ਦੇ ਨਾਮ ਦੇ, ਅਤੇ ਇਸ ਕਰਕੇ ਤੁਹਾਡੇ 'ਤੇ ਬੋਝ ਨਹੀਂ ਬਣਨਾ, ਤੁਸੀਂ ਸਾਡੇ ਤੋਂ ਤੰਗ ਨਾ ਹੋ। ਇਸ ਕਰਕੇ ਉਹਨਾਂ ਪੀਰਾਂ ਨੂੰ ਤਸੱਲੀ ਹੋ ਗਈ ਕਿ ਸਾਡੇ ਵਾਸਤੇ ਇਹ ਲਾਭ ਹੀ ਹੋਏਗਾ, ਕੋਈ ਘਾਟਾ ਨਹੀਂ। ਜਿਹੜੇ ਉਹਨਾਂ ਨੂੰ ਕੱਢਣਾ ਚਾਹੁੰਦੇ ਸਨ ਇੱਥੋਂ, ਪੀਰ ਕਹਿੰਦੇ ਸਨ ਇਹ ਚਲੇ ਜਾਣ, ਅਤੇ ਉਹੋ ਹੀ ਫਿਰ ਸਮਝ ਗਏ ਤੇ ਪਰਮੇਸ਼ਰ ਆਪ ਹੀ ਸਾਡੇ ਕੋਲ ਆਇਆ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਇਹ ਜੀਵ ਦੇ ਜੇ ਕੋਲ ਚੰਗੇ ਗੁਣ ਹੋਣ, ਅਤੇ ਫਿਰ ਉਹ ਜਿਹੜੇ ਗੁਣ ਚੰਗੇ ਹਨ ਉਹਦੇ ਵਿੱਚੋਂ ਮੈਂ ਚਲੀ ਜਾਂਦੀ ਹੈ। ਅਤੇ ਸਤਿਗੁਰੂ ਜੀ ਕਥਨ ਕਰਦੇ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਨਹੀਂ ਤੇ ਸਤਿਗੁਰੂ ਜੀ ਕਹਿੰਦੇ ਜੇਤੇ ਔਗਣ ਹਨ ਤਿੰਨੇ ਓਨੇ ਹੀ ਗਲਾਂ ਵਿੱਚ ਜੰਜੀਰ ਪੈਂਦੇ ਹਨ, ਫਾਹ ਪੈਂਦੇ ਹਨ ਜਿੰਨੇ ਔਗਣ ਹਨ। ਜਿੰਨੇ ਰਸ ਕਸ ਜੀਵ ਚਾਹੁੰਦਾ ਹੈ ਓਨੇ ਦੁੱਖ ਮਿਲਦੇ ਹਨ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਭਾਈ ਉਹਦੇ ਕੋਲੋਂ ਇਹ ਮੰਗੀਏ ਮਹਾਰਾਜ ਸ਼ੁਭ ਗੁਣ ਬਖਸ਼ਣਾ ਕਰੋ। ਸ਼ੁਭ ਗੁਣ ਹਨ ਸਤ ਸੰਤੋਖ ਧੀਰਜ ਧਰਮ ਵਿਚਾਰ। ਅੱਗੇ ਪੰਨਾ 936 ਤੋਂ ਆਰੰਭ ਹੈ ਸ਼ਬਦ ਮੇਰੀ ਮੇਰੀ ਕਰ ਮੋਏ ਵਿਣ ਨਾਵੇਂ ਦੁਖ ਭਾਲ, ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀ ਬਾਣ। ਕਹਿੰਦੇ ਮੇਰੀ ਮਾਇਆ ਮੇਰੀ ਜ਼ਮੀਨ ਹੈ, ਮੇਰੀ ਜਾਇਦਾਦ ਹੈ, ਐਸੇ ਕਰਦੇ ਹੋਏ ਸਭ ਮਰ ਜਾਂਦੇ ਹਨ। ਲਾਗੇ ਕਿਸੇ ਗਰੀਬ ਦੀ ਕੋਈ ਥੋੜ੍ਹੀ ਬਹੁਤੀ ਖੱਤੀ ਹੋਵੇ ਤੇ ਉਹਨੂੰ ਵੀ ਟਿਕਣ ਨਹੀਂ ਦਿੰਦੇ ਆਪਣੇ ਲਾਲਚ ਹੰਕਾਰ ਕਰਕੇ। ਸਤਿਗੁਰੂ ਜੀ ਕਥਨ ਕਰਦੇ ਹਨ, ਇਹ ਕਹਿੰਦਾ ਜੋ ਕੁਝ ਮੇਰਾ ਹੀ ਹੈ ਮੇਰੇ ਕੋਲ ਹੀ ਆ ਜਾਵੇ, ਮੈਂ ਮਾਲਕਾਂ ਇਹਦੇ ਵਿੱਚ ਕੋਈ ਪੈਰ ਨਾ ਪਾਵੇ, ਅਤੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁੱਖ ਨੂੰ ਭਾਲਦੇ ਹਨ। ਜਿਨ੍ਹਾਂ ਉੱਤੇ ਮਮਤਾ ਰੱਖਦਾ ਸੀ ਕਿ ਅਧਿਕਾਰ ਰੱਖਦਾ ਸੀ ਮੇਰਾ ਹੈ, ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਕਿਲੇ ਬੜੇ ਬੜੇ ਜਿਹੜੇ ਬਣਾਏ ਸਨ ਉਹ ਕਿੱਥੇ ਰਹਿ ਗਏ, ਮੰਦਰ ਇਸਤਰੀਆਂ ਕਿੱਥੇ ਹਨ। ਜਿਹੜਾ ਚੱਕਰਵਰਤੀ ਬੜਾ ਬੜਾ ਬਾਦਸ਼ਾਹ ਆਪਣੇ ਆਪ ਨੂੰ ਕਹਾਉਣ ਵਾਲਾ ਵੀ ਸਾਰੀਆਂ ਚੀਜ਼ਾਂ ਤੋਂ ਵਿਹਲਾ ਹੋ ਜਾਂਦਾ ਹੈ, ਉਹਦਾ ਮਾਲਕ ਕੋਈ ਹੋਰ ਆਣ ਕੇ ਕਬਜ਼ਾ ਕਰ ਲੈਂਦਾ ਹੈ। ਇਹ ਐਸੇ ਮਿਥਿਆ ਹਨ, ਇਹ ਸਭ ਕੁਝ ਇਵੇਂ ਝੂਠ ਹੈ ਜਿਵੇਂ ਬਾਜੀਗਰ ਦੀ ਸਭਾ ਜੁੜੀ ਹੋਈ ਖਿੰਡ ਵਿੱਚ ਖਿੰਡ ਜਾਂਦੀ ਹੈ। ਬਾਜੀਗਰ ਭਾਵ ਜਿਹੜਾ ਬਾਜੀ ਪਾਉਂਦਾ ਹੈ ਉਹਦੇ ਕੋਲ ਐਸੀ ਕਲਾ ਹੁੰਦੀ ਹੈ, ਵੇਖਣ ਨੂੰ ਬੜਾ ਕੁਝ ਵਿਖਾਉਂਦਾ ਹੈ, ਅਤੇ ਅਖੀਰ 'ਤੇ ਫਿਰ ਉਹੋ ਹੀ ਜਿਹੜਾ ਜਿਤਨਾ ਦਾ ਹੈਗਾ ਸੀ ਉਹੋ ਹੀ ਇਕੱਲਾ ਰਹਿ ਜਾਂਦਾ ਹੈ, ਹੋਰ ਉੱਥੇ ਕੁਝ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਜਾਦੂਗਰ ਜਿਹੜਾ ਜਾਦੂ ਦੀ ਖੇਡ ਵਿਖਾਉਂਦਾ ਹੈ, ਮਾਇਆ ਪਦਾਰਥ ਕਈ ਕੁਝ ਵਿਖਾ ਦਿੰਦਾ ਹੈ, ਪਰ ਜੇ ਉਹਦੇ ਕੋਲ ਇੰਨਾ ਕੁਝ ਹੋਵੇ ਤਾਂ ਆਪ ਵਿਚਾਰਾ ਰੁਪਈਆ ਮੁੜ ਕੇ ਮੰਗਦਾ, ਉਹ ਕਿਉਂ ਮੰਗੇ। ਉਹ ਤਾਂ ਇੱਕ ਝੂਠਾ ਲੋਕਾਂ ਨੂੰ ਖੇਡ ਵਿਖਾ ਕੇ ਆਪਣਾ ਪੇਟ ਪਾਲਦਾ, ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ। ਇਸੇ ਤਰ੍ਹਾਂ ਸਤਿਗੁਰੂ ਜੀ ਕਥਨ ਕਰਦੇ ਹਨ ਭਾਈ ਜਿਵੇਂ ਬਾਜੀਗਰ ਦੀ ਇਹ ਬਨਾਵਟ ਮਿਥਿਆ ਹੁੰਦੀ ਹੈ, ਅਤੇ ਇਸੇ ਤਰ੍ਹਾਂ ਹੀ ਇਹ ਸੰਸਾਰ ਦਾ ਹਾਲ ਸਮਝੋ। ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ, ਆਪੇ ਚਤੁਰ ਸਰੂਪ ਹੈ ਆਪੇ ਜਾਣ ਸੁਜਾਨ। ਸਤਿਗੁਰੂ ਦੇਵ ਜੀ ਕਥਨ ਕਰਦੇ ਹਨ ਸੱਚੇ ਨਾਮ ਤੋਂ ਬਿਨਾਂ ਝੂਠਾ ਪੁਰਸ਼ ਜੰਮਦਾ ਮਰਦਾ ਹੈ, ਕਿਉਂਕਿ ਜਿੰਨਾ ਚਿਰ ਸੱਚ ਦੇ ਰਸਤੇ ਨਹੀਂ ਆਉਂਦਾ ਅਤੇ ਸੱਚੇ ਪਰਮੇਸ਼ਰ ਨਾਲ ਮਿਲਾਪ ਨਹੀਂ ਹੁੰਦਾ। ਇੱਥੇ ਸੱਚ ਦੀ ਗੱਲ ਚੱਲਣੀ ਹੈ ਭਾਵੇਂ ਕੋਈ ਵੀ ਹੈ, ਝੂਠ ਨੂੰ ਥਾਂ ਨਹੀਂ। ਝੂਠ ਬੋਲਣ ਵਾਲੇ ਕਈ ਆਏ ਇਸ ਘਰ ਦੇ ਵਿੱਚ, ਭਾਵੇਂ ਉਹਨਾਂ ਆਪਣਾ ਪ੍ਰੇਮ ਵਿਖਾਉਣਾ ਕੀਤਾ ਬਾਹਰੋਂ, ਭਾਵੇਂ ਛਲ ਕੀਤਾ, ਭਾਵੇਂ ਦਬਾਅ ਪਾਉਣਾ ਚਾਹਿਆ, ਪਰ ਇੱਥੇ ਕਿਸੇ ਦਾ ਜ਼ੋਰ ਨਹੀਂ ਚੱਲਿਆ। ਜਿਹੜੇ ਸੱਚ ਵਾਲੇ ਸਨ ਗੁਰੂ ਨਾਨਕ ਦੇ ਘਰ ਵਿੱਚ ਉਹਨਾਂ ਦੀ ਸੁਣੀ ਗਈ, ਭਾਵੇਂ ਉਹ ਗਰੀਬ ਸੀ ਭਾਵੇਂ ਕਮਜ਼ੋਰ ਸੀ, ਪਰ ਮਹਾਰਾਜ ਨੇ ਡਿੱਗਿਆਂ ਹੋਇਆਂ ਨੂੰ ਗਲ ਨਾਲ ਲਾਇਆ। ਇਹਨਾਂ ਵਿੱਚ ਮੈਂ ਦੀ ਹੰਕਾਰ ਦੀ ਬੋ ਨਹੀਂ ਹੈ, ਇਹਨਾਂ ਨੇ ਆਪਣਾ ਕੁਝ ਨਹੀਂ ਸਮਝਿਆ।
ਤੇ ਜਿਹੜੇ ਐਸੇ ਸਭ ਕੁਝ ਤਿਆਗ ਕੇ ਉਹਦੇ ਚਰਨਾਂ ਵਿੱਚ ਆਉਂਦੇ, ਮੇਰਾ ਮੁਝ ਮੇਂ ਕੁਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇ ਮਹਾਰਾਜ ਚਰਨਾਂ ਤੇ ਡਿੱਗਿਆਂ ਨੂੰ ਆਪ ਠਾਲ ਕੇ ਦੋਹਾਂ ਹੱਥਾਂ ਨਾਲ ਆਪਣੇ ਗਲ ਨਾਲ ਲਾ ਲੈਂਦੇ ਹਨ, ਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਨਾਨਕ ਦੇ ਘਰ ਵਿੱਚ ਮੈਂ ਛੱਡ ਕੇ ਆਉਣਾ ਜ਼ਰੂਰੀ ਹੈ। ਹੰਕਾਰ ਕਿਸੇ ਗੱਲ ਦਾ ਵੀ, ਫੈਸ਼ਨ ਦਾ ਹੰਕਾਰ, ਪਦਾਰਥ ਦਾ ਹੰਕਾਰ, ਹੋਰ ਕੋਈ ਵੀ ਹੰਕਾਰ ਜਿਹੜਾ ਹਰਜੂ ਅਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ। ਪੁਰਾਤਨ ਸਮੇਂ ਤੋਂ ਇਹ ਜਿਹੜੇ ਵੇਦ ਗ੍ਰੰਥ ਕਹਿੰਦੇ ਆ ਰਹੇ ਹਨ ਕਿ ਆਪਣੇ ਆਪ ਦੀ ਮਹਿਮਾ ਹਉਮੈ ਨੂੰ ਛੱਡ ਕੇ ਫਿਰ ਇੱਥੇ ਸਫਲਤਾ ਮਿਲਦੀ ਹੈ। ਉਹ ਪਰਮੇਸ਼ਰ ਆਪ ਹੀ ਚਤੁਰ ਸਰੂਪ ਹੈ ਅਤੇ ਆਪ ਹੀ ਘਟ ਘਟ ਦੀ ਗੱਲ ਜਾਣਨ ਨੂੰ ਚਤੁਰ ਹੈ, ਜਾਣਦਾ ਹੈ, ਦਾਨਾ ਬੀਨਾ ਹੈ, ਉਹਦੇ ਕੋਲੋਂ ਕੁਝ ਲੁਕਾਇਆ ਨਹੀਂ ਜਾਣਾ। ਇਸ ਕਰਕੇ ਸਤਿਗੁਰੂ ਤੇ ਕਹਿੰਦੇ ਹਰੇਕ ਦੇ ਵਿੱਚ ਉਹ ਆਪ ਵਸਦਾ ਹੈ, ਤੇ ਝੂਠ ਕਾਹਦੇ ਨਾਲ ਬੋਲਣਾ ਹੈ, ਧੋਖਾ ਕਿਹਦੇ ਨਾਲ ਕਰਨਾ ਹੈ, ਰਾਬਰੀ ਕਿਹਦੇ ਨਾਲ ਕਰਨੀ ਹੈ। ਪਰ ਇਹਦੇ ਅੱਗੇ ਤੇ ਪਰਮੇਸ਼ਰ ਵੀ ਆ ਜਾਵੇ ਤੇ ਉਹਨੂੰ ਵੀ ਜਾਣਦਾ ਨਹੀਂ। ਆਪਣੀ ਹਉਮੈ ਦੇ ਵਿੱਚ ਤੇ ਜੀਵ ਦਾ ਇਹਨੇ ਕੀ ਸਤਿਕਾਰ ਕਰਨਾ ਹੈ। ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਸੰਸਾਰ ਤੇ ਬੜੇ ਆਏ, ਜੋ ਆਵੇ ਸੇ ਜਾਹੇ ਫੁਨ, ਆਏ ਗਏ ਪਛਤਾਹੇ। 184 ਮੇਦਨੀ, ਘਟੈ ਨਾ ਵਧੈ ਉਤਾਹੇ। ਜੋ ਮਨੁੱਖ ਸੰਸਾਰ ਵਿੱਚ ਆਉਂਦੇ ਭਾਵ ਜੰਮਦੇ ਹਨ ਤੇ ਉਹ ਫਿਰ ਚਲੇ ਜਾਂਦੇ ਹਨ, ਕਿਉਂਕਿ ਆਮ ਸੰਗਤਾਂ ਜਾਣਦੀਆਂ ਜੇ ਦਿਨ ਹੈ ਤੇ ਰਾਤ ਵੀ ਆਉਣ ਦੀ ਆਸ ਹੁੰਦੀ ਹੈ, ਜੇ ਰਾਤ ਹੈ ਤੇ ਦਿਨ ਚੜ੍ਹਨ ਦੀ ਵੀ ਹੁੰਦੀ ਹੈ। ਇਸੇ ਪ੍ਰਕਾਰ ਜਿਹਦਾ ਜਨਮ ਹੈ ਉਹਦਾ ਮਰਨ ਵੀ ਹੋਵੇਗਾ। ਜਿੱਥੇ ਖੁਸ਼ੀ ਹੈ ਉੱਥੇ ਗਮੀ ਵੀ ਆ ਸਕਦੀ ਹੈ, ਜਿੱਥੇ ਗਮੀ ਉੱਥੇ ਖੁਸ਼ੀ ਵੀ ਆ ਸਕਦੀ ਹੈ। ਰੱਬ ਦੀ ਖੇਡ ਹੈ, ਇਹਨੇ ਦੋ ਤਰ੍ਹਾਂ ਦੀ ਰਚਨਾ ਰਚਾਈ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਇਸ ਕਰਕੇ ਜੋ ਆਉਂਦਾ ਉਹਨੇ ਜਾਣਾ ਵੀ ਹੈ। ਤੇ ਪਰਮੇਸ਼ਰ ਐਸਾ ਹੈ, ਨਾ ਉਹ ਆਉਂਦਾ ਤੇ ਨਾ ਜਾਂਦਾ, ਉਹ ਸਾਰੇ ਥਾਵਾਂ ਤੇ ਪਹਿਲਾਂ ਹੀ ਵਸ ਰਿਹਾ ਹੈ। ਤੇ ਜਾਣਾ ਕਿੱਥੇ ਤੇ ਆਉਣਾ ਕਿੱਥੋਂ, ਨਾ ਆਵੇ ਨਾ ਜਾਏ। ਇਸ ਸਥਿਤ ਕੋਈ ਹੋਰ ਨਹੀਂ ਰਹਿੰਦਾ। ਆਉਣ ਜਾਣ ਵਿੱਚ ਹੀ ਪਛਤਾਤਾਪ ਕਰਦੇ ਹਨ। ਤੇ ਇਹ 84 ਦਾ ਗੇੜ ਮੁੱਕਦਾ ਨਹੀਂ। 84 ਲੱਖ ਜੋ ਸ੍ਰਿਸ਼ਟੀ ਹੈ, ਮੇਦ ਨਹੀਂ ਹੈ, ਨਾ ਹੇਠ ਨੂੰ ਘਟਦੀ ਹੈ, ਨਾ ਹੀ ਉੱਪਰ ਨੂੰ ਵੱਧਦੀ ਹੈ। ਇਹ ਪਰਮੇਸ਼ਰ ਇਹਦੀ ਗਿਣਤੀ ਨੂੰ ਆਪ ਜਾਣਦਾ ਹੈ। ਕਈ ਵਾਰ ਕਹਿ ਦਿੱਤਾ ਜਾਂਦਾ ਪਤਾ ਨਹੀਂ ਮੁਲਕ ਦਾ ਕੀ ਬਣੇਗਾ। ਜੇ ਜਦੋਂ ਉਹਨੇ ਆਪ ਹੀ ਮੁਲਕ ਵਧਾਉਣ ਵਾਲਾ ਹੈ, ਜਿੰਨੀ ਗਿਣਤੀ ਚਾਹੇ ਉੱਥੇ ਕੁ ਫਿਰ ਲੈ ਆਉਂਦਾ ਹੈ, ਫਿਰ ਚਾਹੇ ਫਿਰ ਵਧਾ ਦਿੰਦਾ ਹੈ, ਫਿਰ ਕੋਈ ਨਾ ਕੋਈ ਐਸਾ ਬਹਾਨਾ ਬਣਾਉਂਦਾ ਹੈ। ਕਈ ਵਾਰ ਦੁਨੀਆ ਕਿੰਨੀ ਕਿੰਨੀ ਖਤਮ ਹੋਈ, ਕਿੰਨੀ ਵਾਰ ਦੁਨੀਆ ਦਾ ਵਾਧਾ ਹੋਇਆ। ਸਤਿਗੁਰੂ ਜੀ ਕਹਿੰਦੇ ਇਹ ਪਰਮੇਸ਼ਰ ਦੀ ਖੇਡ, ਉਹਨੂੰ ਉਹੀ ਸਮਝਦਾ ਹੈ, ਕਿਸੇ ਦੇ ਗੱਲ ਵੱਸਦੀ ਨਹੀਂ। ਜਿਵੇਂ ਜਿਵੇਂ ਕਿਸੇ ਨੂੰ ਚਲਾਉਂਦਾ, ਕਿਸੇ ਦੇ ਵਿੱਚ ਆ ਕੇ ਪ੍ਰਵੇਸ਼ ਕਰਦਾ ਹੈ, ਉਸ ਬਹਾਨੇ ਫਿਰ ਉਹ ਸਾਰਾ ਸਿਲਸਿਲਾ ਚੱਲਦਾ ਹੈ। ਤੇ ਪਰਮੇਸ਼ਰ ਵੀ ਐਸਾ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਦਸਮ ਗ੍ਰੰਥ ਵਿੱਚ ਕਹਿੰਦੇ ਆ, ਜਮੀ ਜਮਾਨ ਕੇ ਸਮਸਤ ਇੱਕ ਜੋਤ ਹੈ, ਨਾ ਬਾਦ ਹੈ ਨਾ ਘਾਟ ਹੈ, ਨਾ ਬਾਦ ਘਾਟ ਹੋਤ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਇਹ ਸ਼ਕਤੀ ਐਸੀ ਹੈ, ਘਟਦੀ ਨਹੀਂ, ਉੱਤੇ ਵੱਧ ਜਾਂਦੀ ਹੈ। ਕਿਉਂਕਿ ਇੱਕ ਜੂਨ ਵੇ ਕਈ ਵੇਰ ਧਾਰਨੀ ਪੈਂਦੀ ਹੈ ਤੇ ਇਸ ਤੇ 84 ਲੱਖ ਤੋਂ ਵੱਧ ਜਾਂਦੀ ਹੈ। ਇੱਕ ਜੂਨ ਵਿੱਚ ਕਈ ਵਾਰ ਮਨੁੱਖ ਆਉਂਦਾ, 84 ਲੱਖ ਮੁੱਕਦੀ ਨਹੀਂ ਛੇਤੀ। ਤੇ ਜੇ ਇੱਕ ਵਿੱਚ ਹੀ ਪਤਾ ਨਹੀਂ ਕਿੰਨੇ ਚੱਕਰ ਆਇਆ ਤੇ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਣਤੀਆਂ ਵੱਧ ਜਾਣ। ਸੇ ਜਨ ਉਭਰੇ ਜਿਨ ਹਰ ਪਾਇਆ, ਧੰਦਾ ਮੁਆ ਵਿਗੂਤੀ ਮਾਇਆ। 84 ਲੱਖ ਜੂਨ ਤੋਂ ਉਹ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਹਰੀ ਪਿਆਰਾ ਲੱਗਦਾ ਹੈ ਤੇ ਉਹਨਾਂ ਦਾ ਧੰਦਾ ਮਰ ਗਿਆ ਹੈ, ਉਹਨਾਂ ਦਾ ਜੰਜਾਲ ਜਿਹੜਾ ਖਤਮ ਹੋ ਗਿਆ ਹੈ, ਉਹ ਆਜ਼ਾਦ ਹੋ ਗਏ ਹਨ। ਉਹਨਾਂ 'ਤੇ ਕੋਈ ਜ਼ਬਰਦਸਤੀ ਉਹਨਾਂ ਨੂੰ ਕੋਈ ਗੁਲਾਮ ਨਹੀਂ ਕਰ ਸਕਦਾ, ਪਕੜ ਨਹੀਂ ਸਕਦਾ। ਉਹ ਪਰਮੇਸ਼ਰ ਦੀ ਇੱਛਾ ਵਿੱਚ ਹਨ। ਤੇ ਮਾਇਆ ਵੀ ਖਰਾਬ ਹੋ ਗਈ ਹੈ। ਭਾਵ ਬਥੇਰੇ ਯਤਨ ਕਰ ਚੁੱਕੀ ਹੈ, ਪਰੰਤੂ ਉਹ ਭਜਨ ਵਾਲੇ ਨਾਮ ਵਾਲੇ ਮਨੁੱਖ ਮਾਇਆ ਦੇ ਦਬਾਅ ਹੇਠ ਨਹੀਂ ਆਉਂਦੇ। ਮਨਮੁਖ ਪੁਰਸ਼ ਧੰਦਿਆਂ ਵਿੱਚ ਮਰਦਾ ਹੈ ਤੇ ਮਾਇਆ ਪਿੱਛੇ ਲੱਗ ਕੇ ਖਰਾਬ ਹੁੰਦਾ ਹੈ। ਤੇ ਰੱਬ ਦੇ ਪਿਆਰਿਆਂ 'ਤੇ ਇਹ ਮਾਇਆ ਜਿਹੜੀ ਹੈ ਅਸਰ ਨਹੀਂ ਕਰ ਸਕਦੀ। ਸਤਿਗੁਰੂ ਕਹਿੰਦੇ ਮਾਇਆ ਜਿਹੜੀ ਹੈ ਪੁਰੀਆਂ 'ਤੇ ਵੀ ਜਾ ਵਸੀ। ਜਿਹੜੇ ਪੁਰੀਆਂ ਵਿੱਚ ਰਹਿਣ ਵਾਲੇ ਦੇਵਤੇ ਸਨ ਉਹਨਾਂ ਨੂੰ ਵਕਤ ਪਾ ਛੱਡਿਆ ਮਾਇਆ ਨੇ। ਉਹ ਹੀ ਆਪਣੇ ਰਾਜ ਭਾਗ ਚੌਧਰਾਂ ਪਿੱਛੇ ਲੜਦੇ ਰਹੇ।
ਸੋ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਹਨ ਉਹ ਇਹਦੇ ਪ੍ਰਭਾਵ ਤੋਂ ਬਚੇ ਹਨ, ਬਾਕੀ ਕਿਸੇ ਨੂੰ ਛੱਡਦੀ ਨਹੀਂ। ਸਤਿਗੁਰੂ ਜੀ ਕਹਿੰਦੇ ਬਿਨਾਂ ਦੰਦਾਂ ਤੋਂ ਜਿਵੇਂ ਕੋਈ ਕਿਸੇ ਨੂੰ ਖਾ ਜਾਂਦਾ ਹੈ, ਮਾਇਆ ਇਵੇਂ ਸੰਸਾਰ ਨੂੰ ਖਤਮ ਕਰਦੀ, ਇਹਦਾ ਪਤਾ ਨਹੀਂ ਲੱਗਦਾ ਕਿਵੇਂ ਇਹ ਦੁਨੀਆ 'ਤੇ ਆਪਣਾ ਅਸਰ ਪਾਉਂਦੀ ਹੈ। ਜੋ ਦੀਸੈ ਸੋ ਚਾਲ ਸੇ ਕਿਸ ਕੋ ਮੀਤ ਕਰਿਆ, ਜੀਉ ਸਮਪ ਆਪਣਾ ਤਨ ਮਨ ਆਗੈ ਦੇ। ਜੋ ਵੀ ਦ੍ਰਿਸ਼ਟੀ ਆਉਂਦਾ ਹੈ, ਜੋ ਸਾਨੂੰ ਇਹਨਾਂ ਨੇਤਰਾਂ ਨਾਲ ਦਿਸਦਾ ਹੈ, ਸੋ ਸਭ ਚਲਾਏਮਾਨ ਹੈ, ਚੱਲਣ ਵਾਲਾ ਹੈ, ਰਹਿਣ ਵਾਲਾ ਨਹੀਂ। ਇਸ ਵਿੱਚੋਂ ਕਿਸ ਨੂੰ ਮੈਂ ਮਿੱਤਰ ਕਰਾਂ? ਆਸਾ ਜੀ ਦੀ ਵਾਰ ਵਿੱਚ ਸਤਿਗੁਰਾਂ ਸਿੱਧਾ ਕਿਹਾ, ਕਿਸ ਨਾਲ ਕੀਚੇ ਦੋਸ ਤੇ ਸਭ ਜਗ ਚੱਲਣ ਹਾਰ। ਕਹਿੰਦੇ ਰਾਜਾ ਵੀ ਝੂਠਾ, ਪ੍ਰਜਾ ਵੀ ਝੂਠੀ ਹੈ, ਇਸ ਕਾਰਨ ਸਾਰਾ ਹੀ ਝੂਠ ਹੈ, ਕੋਈ ਰਹਿਣ ਵਾਲਾ ਸਦਾ ਨਹੀਂ। ਤੇ ਫਿਰ ਕਿਹਦੇ ਨਾਲ ਦੋਸਤੀ ਕਹੀਏ? ਫਿਰ ਉਸੇ ਬਾਣੀ ਵਿੱਚ ਕਿਹਾ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਕਹਿੰਦੇ ਇਹਦੇ ਵਿੱਚ ਹੀ ਉਹ ਵੀ ਹੈਗਾ ਹੈ, ਜਿਹੜੇ ਉਹਦੇ ਗਾਹਕ ਹਨ ਉਹਨੂੰ ਲੱਭ ਲੈਂਦੇ ਹਨ। ਜਿਨ੍ਹਾਂ ਕੋਲ ਪ੍ਰੇਮ ਦਾ ਧਨ ਹੈ, ਪ੍ਰੇਮ ਖਰਚ ਕੇ ਪ੍ਰੇਮ ਦੇ ਨਾਲ ਪਰਮੇਸ਼ਰ ਨੂੰ ਖਰੀਦ ਲੈਂਦੇ ਹਨ, ਅਤੇ ਉਹ ਪਰਮੇਸ਼ਰ ਪ੍ਰੇਮ ਦੇ ਵਸ ਹੈ। ਹੋਰ ਤਾਂ ਸਭ ਕੁਝ ਆਪ ਕਿਸੇ ਨੂੰ ਲੋਕਾਂ ਨੂੰ ਦਿੰਦਾ ਹੈ, ਹੋਰ ਕਿਸੇ ਚੀਜ਼ ਦੀ ਉਹਨੂੰ ਲੋੜ ਨਹੀਂ। ਪ੍ਰੇਮ ਪਿਆਰ ਦਾ ਭੁੱਖਾ ਉਹ ਪਰਮੇਸ਼ਰ ਹੈ। ਅਤੇ ਸਤਿਗੁਰੂ ਜੀ ਉੱਤਰ ਦਿੰਦੇ, ਸਤਿਗੁਰਾਂ ਨੂੰ ਮਿੱਤਰ ਕਰ, ਗੁਰਾਂ ਕੇ ਹੀ ਆਪਣੇ ਜੀ ਨੂੰ ਸਮਰਪਣ ਕਰ, ਅਤੇ ਤਨ ਮਨ ਵੀ ਅੱਗੇ ਰੱਖ ਦੇ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ। ਇਸ ਕਰਕੇ ਇਹ ਨਾ ਕਿ ਮੇਰਾ ਧਨ ਪਦਾਰਥ, ਮੇਰੀ ਜਾਇਦਾਦ, ਮੇਰੀ ਜ਼ਮੀਨ ਹੈ, ਇਹ ਮੇਰਾ ਸਰੀਰ ਹੈ, ਮੈਂ ਬੜਾ ਬਲਵਾਨ ਹਾਂ, ਸੋਹਣਾ ਹਾਂ, ਕੱਦਵਾਰ ਹਾਂ। ਅਤੇ ਸਤਿਗੁਰੂ ਜੀ ਕਥਨ ਕਰਦੇ ਹਨ, ਮਨ ਵੀ ਜਿਹੜਾ ਆਪਣੇ ਮਨ ਦੀ ਮਰਜ਼ੀ ਛੱਡ ਦੇ। ਇਹ ਤਿੰਨੇ ਚੀਜ਼ਾਂ ਹੀ ਜਿਹੜੀਆਂ ਤੂੰ ਆਪਣੀਆਂ ਬਣਾਈ ਫਿਰਦਾ ਹੈ, ਤੈਨੂੰ ਖੁਆਰ ਕਰਦੀਆਂ ਹਨ। ਤਨ ਮਨ ਧਨ ਇਹ ਗੁਰੂ ਅੱਗੇ ਹਾਜ਼ਰ ਕਰਦੇ ਕਿ ਮੇਰਾ ਕੁਝ ਨਹੀਂ, ਤੇਰਾ ਹੀ ਦਿੱਤਾ ਹੈ। ਜਿਉ ਪਿੰਡ ਸਭ ਤੇਰਾ, ਸਰੀਰ ਵੀ ਤੇਰਾ ਹੈ ਅਤੇ ਪਿੰਡ ਸਰੀਰ ਹੈ, ਅਤੇ ਜਿਉ ਵਿੱਚ ਜਿਹੜੇ ਤੂੰ ਤਾਕਤ ਦਿੱਤੀ, ਪ੍ਰਾਣ ਦਿੱਤੇ ਹਨ, ਇਹ ਵੀ ਤੇਰੇ ਹਨ, ਸਵਾਸ ਤੇਰੇ ਹਨ। ਅਤੇ ਇਸ ਕਰਕੇ ਫਿਰ ਕਰ ਕੀ? ਉਹਦੇ ਹੁਕਮ ਵਿੱਚ ਚੱਲ। ਜੋ ਗੁਰੂ ਦਾ ਹੁਕਮ ਹੈ ਉਹਦੇ ਅਨੁਸਾਰ ਉਸ ਰਸਤੇ ਚੱਲਣਾ ਕਰ, ਜੋ ਗੁਰੂ ਨੇ ਮਨਾ ਕੀਤਾ ਹੈ ਉਸ ਰਸਤੇ ਤੋਂ ਰੁਕਣਾ ਕਰ। ਅਤੇ ਆਪ ਨੂੰ ਪਤਾ ਨਹੀਂ, ਅਤੇ ਉਹਦੇ ਅੱਗੇ ਬੇਨਤੀ ਕਰ, ਸੋਈ ਕਰਾਏ ਜੋ ਤੁਧ ਭਾਵੈ, ਮੋਹ ਸਿਆਣਪ ਕਛੂ ਨਾ ਆਵੇ। ਹੇ ਮਹਾਰਾਜ, ਜੋ ਤੈਨੂੰ ਚੰਗਾ ਲੱਗਦਾ ਹੈ ਉਹ ਤੂੰ ਕਰ, ਅਤੇ ਸਾਡੇ ਕੋਲੋਂ ਕਰਵਾ। ਸਾਡੀ ਕੋਈ ਸਿਆਣਪ ਇੱਥੇ ਚੱਲਦੀ ਨਹੀਂ, ਤੇਰਾ ਕੀਤਾ ਸਭ ਕੁਝ ਹੋਣਾ ਹੈ। ਸੋ ਗੁਰੂ ਕੀ ਸਾਧ ਸੰਗਤ, ਇੱਥੇ ਇੱਕ ਹੋਰ ਵੀ ਮਿਸਾਲ ਆਉਂਦੀ ਹੈ। ਕਿਸੇ ਨੇ ਕਹਿ ਦਿੱਤਾ ਕੋਈ ਪਰਮੇਸ਼ਰ ਨਹੀਂ, ਜਿਵੇਂ ਕਿ ਆਪਣੇ ਆਪ ਨੂੰ ਕਈ ਨਾਸਤਿਕ ਲੋਕ ਜਿਹੜੇ ਐਸੇ ਸਮਝਦੇ ਹਨ ਕਿ ਸਭ ਵਹਿਮ ਪਾਏ ਹਨ, ਲੋਕਾਂ ਨੂੰ ਡਰਾਇਆ ਹੈ। ਇੱਕ ਨਵਾਂ ਵਿਦਵਾਨ ਅੱਜ ਕੱਲ੍ਹ ਦੇ ਸਮੇਂ ਦਾ ਕਹਿਣ ਲੱਗਾ, ਕੋਈ ਜਮਦੂਤ ਨਹੀਂ। ਇਹ ਤਾਂ ਐਵੇਂ ਲੋਕਾਂ ਨੂੰ ਡਰਾ ਦਿੱਤਾ ਕਿ ਕੋਈ ਮਾੜੇ ਕੰਮ ਤੋਂ ਬਚਿਆ ਰਹੇ। ਪਰ ਸਤਿਗੁਰੂ ਜੀ ਦੱਸੋ ਕਿ ਕਿਹੜਾ ਝੂਠ ਕਿੱਥੇ ਲਿਖਿਆ ਹੈ, ਕਿਉਂਕਿ ਬਾਣੀ ਤਾਂ ਸੱਚੋ ਸੱਚ ਦੱਸ ਰਹੀ ਹੈ। ਅਜਰਾਈਲ ਫਰਿਸ਼ਤਾ ਹੋਸੀ ਆਏ ਤਈ, ਉਹ ਜਦੋਂ ਸੁਨਾਹ ਲੈ ਕੇ ਆਉਂਦੇ ਹਨ ਫਰਿਸ਼ਤੇ, ਜਮਦੂਤ ਅਤੇ ਜੀਵ ਨੂੰ, ਉਹਨਾਂ ਦੇ ਅੱਗੇ ਫਿਰ ਮਾਨਤੀ ਤੁਰਨਾ ਪੈਂਦਾ ਹੈ। ਨਾ ਵੀ ਤੁਰਨ 'ਤੇ ਉਹਨਾਂ ਨੂੰ ਜਾਚ ਹੈ ਖੜਨ ਦੀ। ਜਿਹੋ ਜਿਹਾ ਕਿਸੇ ਦਾ ਕਰਮ ਹੈ ਉਸੇ ਪ੍ਰਕਾਰ ਉਹਨੂੰ ਖੜਿਆ ਜਾਂਦਾ ਹੈ। ਜਿਹੜੇ ਪਰਮੇਸ਼ਰ ਦੇ ਹੋ ਗਏ ਹਨ ਉਹਨਾਂ ਨੂੰ ਸਤਿਕਾਰ ਨਾਲ ਵੀ ਖੜਦੇ ਹਨ। ਇਸ ਕਰਕੇ ਆਪ ਗੁਰੂ ਕੀਆਂ ਸੰਗਤਾਂ ਜਾਣਦੇ ਹੋ ਕਿ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਸਾਰ 'ਤੇ ਵਿਚਰ ਰਹੇ ਹਨ। ਇੱਕ ਜੰਗਲ ਦੀ ਧਰਤੀ ਵਰਗਾ ਸਥਾਨ ਆਇਆ, ਅਤੇ ਉੱਧਰੋਂ ਉੱਥੇ ਕੋਈ ਮਨੁੱਖ ਜਿਹੜਾ ਸੀ ਉਹ ਚੜ੍ਹਾਈ ਕਰ ਚੁੱਕਾ ਸੀ, ਅਤੇ ਉਹਦਾ ਅੰਤਮ ਸੰਸਕਾਰ ਹੋਣ ਰਿਹਾ ਸੀ, ਸੰਸਕਾਰ ਜਿਹੜਾ ਅੰਤਮ। ਅਤੇ ਉਹ ਜਮਦੂਤ ਨੂੰ ਲੈਣ ਵਾਸਤੇ ਆਏ ਕਿ ਬੰਦਾ ਬੜਾ ਮਾੜਾ ਹੈ, ਧਰਮਰਾਜ ਦਾ ਹੁਕਮ, ਇਹਨੂੰ ਛੇਤੀ ਫੜ ਕੇ ਲਿਆ, ਇਹਨੂੰ ਸਜ਼ਾ ਦੇਣੀ ਹੈ। ਅਤੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਐਸਾ ਕੌਤਕ ਵਰਤਿਆ ਕਿ ਸਤਿਗੁਰੂ ਜੀ ਕਿਸੇ ਕਾਰਨ ਉੱਧਰ ਨੂੰ ਜਦੋਂ ਇਸ਼ਾਰਾ ਕੀਤਾ, ਉਸ ਵੱਲ ਦ੍ਰਿਸ਼ਟੀ ਕਰਕੇ ਇਸ਼ਾਰਾ ਕੀਤਾ ਕਿ ਉੱਥੋਂ ਉਹ ਅੱਗ ਬਲ ਰਹੀ ਹੈ, ਜ਼ਰੂਰਤ ਹੈ ਉੱਥੋਂ ਅੱਗ ਲਿਆਉਣੀ ਕਰੋ।
ਤੇ ਜਦੋਂ ਉਧਰ ਇਸ਼ਾਰਾ ਹੋ ਗਿਆ, ਪਤਾ ਲੱਗ ਗਿਆ ਤੇ ਇਹ ਇੱਕ ਸਰੀਰ ਜਿਹੜਾ ਹੈ ਕੋਈ ਮਨੁੱਖ ਛੱਡ ਚੁੱਕਾ ਹੈ, ਉਹਦਾ ਅੰਤਮ ਸੰਸਕਾਰ ਹੋ ਰਿਹਾ ਹੈ। ਤੇ ਜਦੋਂ ਗੁਰੂ ਨਾਨਕ ਦੀ ਦ੍ਰਿਸ਼ਟੀ ਉਧਰ ਪਈ ਤੇ ਜਮਦੂਤ ਭੱਜ ਗਏ। ਤੇ ਜਿਹੜੇ ਪਰਮੇਸ਼ਰ ਦੇ ਸੇਵਾਦਾਰ ਹੁੰਦੇ ਹਨ, ਜਮਗਣਾ ਦੇ ਥਾਂ ਦੇਵਤੇ ਜਿਹੜੇ ਹਨ ਬਬਾਨ ਲੈ ਕੇ ਆ ਗਏ। ਉਸ ਵੇਲੇ ਉਹਨਾਂ ਦੀ ਪਹਿਲਾਂ ਬਹਿਸ ਹੋਈ ਕਿ ਸਾਡਾ ਇਹ ਅਸੀਂ ਮਾਲਕ ਹੈ, ਇਹਦੇ ਸਾਡੀ ਰੂਹ ਹੈ, ਅਸੀਂ ਧਰਮਰਾਜ ਕੋਲ ਇਹਨੂੰ ਪੇਸ਼ ਕਰਨਾ ਹੈ, ਨਰਕਾਂ ਵਿੱਚ ਖੜਨਾ ਹੈ। ਤੇ ਜਿਹੜੇ ਸੱਚਖੰਡ ਵਿੱਚੋਂ ਆਏ ਸਨ ਉਹ ਕਹਿਣ ਲੱਗੇ ਇਹ ਤੁਸੀਂ ਨਹੀਂ ਖੜ ਸਕਦੇ, ਹੁਣ ਸਾਡੇ ਵੱਸ ਹੈ, ਇਹਨੂੰ ਅਸੀਂ ਖੜਨਾ ਹੈ। ਗੁਰੂ ਕੀ ਸਾਧ ਸੰਗਤ ਉਹਨਾਂ ਕਿਹਾ ਸਾਨੂੰ ਧਰਮਰਾਜ ਨੇ ਹੁਕਮ ਕੀਤਾ ਹੈ, ਧਰਮਰਾਜ ਨੂੰ ਹੁਕਮ ਹੈ ਬਸ ਸੱਚਾ ਧਰਮ ਵਿਚਾਰ ਕਿ ਤੂੰ ਸੱਚੋ ਸੱਚ ਨਿਬੇੜਨਾ ਹੈ। ਤੇ ਉਹਨਾਂ ਨੇ ਦੇਵਤਿਆਂ ਨੇ ਕਿਹਾ ਭਾਈ ਤੁਸੀਂ ਸੱਚੇ ਹੋ ਭਾਵੇਂ, ਪਰ ਇਹ ਗੁਰੂ ਨਾਨਕ ਪਾਤਸ਼ਾਹ ਹੀ ਪਰਮੇਸ਼ਰ ਦਾ ਰੂਪ ਹਨ। ਜਦੋਂ ਇੱਧਰ ਉਹਨਾਂ ਦੀ ਦ੍ਰਿਸ਼ਟੀ ਹੋ ਗਈ, ਉਹਨਾਂ ਇਸ਼ਾਰਾ ਇੱਧਰ ਕਰ ਦਿੱਤਾ, ਨਿਗਾਹ ਪੈ ਗਈ। ਜਿਹਦੇ ਤੇ ਗੁਰੂ ਨਾਨਕ ਦੀ ਨਿਗਾਹ ਪੈ ਜਾਵੇ ਉਹ ਪਾਪੀ ਨਹੀਂ ਪਵਿੱਤਰ ਹੋ ਜਾਂਦਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਤਾਂ ਹੀ ਕਿਹਾ ਹੈ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਇਸ ਕਰਕੇ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹਦੇ ਤੇ ਇੱਕ ਪਲ ਵਿੱਚ ਛਿਨ ਵਿੱਚ ਉਹਦੇ ਤੇ ਦ੍ਰਿਸ਼ਟੀ ਪਈ ਤੇ ਉਹ 84 ਦੇ ਚੱਕਰ ਤੋਂ ਬਚ ਗਿਆ। ਤੇ ਬਾਕੀ ਸੰਸਾਰ ਦਾ ਜੀਵ ਕੋਈ ਬਚਦਾ ਨਹੀਂ। ਜਿਹੜਾ ਉਹਦਾ ਹੋ ਜਾਂਦਾ ਹੈ ਉਹਨੂੰ ਫਿਰ ਪਰਮੇਸ਼ਰ ਨਾਲ ਮਿਲਾ ਦਿੰਦੇ ਹਨ। ਉਹਦੇ ਔਗਣ ਵੀ ਇੱਕ ਖਿਣ ਵਿੱਚ ਖਤਮ ਹੋ ਜਾਂਦੇ ਹਨ ਤੇ ਉਹਨੂੰ ਸ਼ੁਭ ਗੁਣ ਬਖਸ਼ ਦਿੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਅੱਜ ਦੀ ਵਿਚਾਰ ਦੀ ਵਿਸਰਾਮਤਾ ਤੇ ਇਸ ਪੌੜੀ ਦੀ ਸਮਾਪਤੀ ਕਰਦੇ ਹੋਏ ਮਹਾਰਾਜ 43ਵੀਂ ਪੌੜੀ ਹੈ। ਅਸਥਿਰ ਕਰਤਾ ਤੂੰ ਧਣੀ ਤਿਸੀ ਕੀ ਮੈਂ ਓਟ, ਗੁਣ ਕੀ ਮਾਰੀ ਹਮਈ ਸ਼ਬਦ ਰਤੀ ਮਨ ਚੋਟ। ਅਸਥਿਰ ਕਰਤਾ ਤੂੰ ਧਣੀ ਤਿਸੀ ਕੀ ਮੈਂ ਓਟ, ਗੁਣ ਕੀ ਮਾਰੀ ਹਮਈ ਸ਼ਬਦ ਰਤੀ ਮਨ ਚੋਟ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਬੜੇ ਪ੍ਰੇਮ ਨਾਲ ਬੜੇ ਤਰੀਕਿਆਂ ਦੇ ਨਾਲ ਸਮਝਾਉਣਾ ਕੀਤਾ। ਹੁਣੇ ਆਪ ਜੀ ਨੇ ਨਿਤਨੇਮ ਦੀ ਬਾਣੀ ਵਿੱਚੋਂ ਤੀਜੇ ਨੰਬਰ ਦੀ ਬਾਣੀ ਜਿਹੜੀ ਸਵਈਆਂ ਦੀ ਹੈ ਸਰਵਣ ਕੀਤੀ ਹੈ। ਉਸ ਬਾਣੀ ਵਿੱਚ ਵੀ ਜੀਵ ਨੂੰ ਇਹੋ ਮਹਾਰਾਜ ਨੇ ਗਿਆਨ ਤੇ ਵਿਰਾਗ ਦੱਸਣਾ ਕੀਤਾ, ਹੰਕਾਰ ਦੂਰ ਕੀਤਾ ਹੈ, ਸੋਝੀ ਬਖਸ਼ੀਏ ਕਿ ਕਿਸੇ ਚੀਜ਼ ਦਾ ਹੰਕਾਰ ਨਾ ਕਰ। ਇਸੇ ਤਰ੍ਹਾਂ ਇਹ ਜਿਹੜੀ ਭਾਈ ਦੱਖਣੀ ਓਅੰਕਾਰ ਦੀ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਪਾਂਧੇ ਨੂੰ ਮੁੱਖ ਰੱਖ ਕੇ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਇਹ ਬਾਣੀ ਵੀ ਜਿਹੜਾ ਦੱਖਣੀ ਓਅੰਕਾਰ ਦੀ ਪੜ੍ਹੇਗਾ ਵਿਚਾਰੇਗਾ ਉਹਦਾ ਝੂਠਾ ਮੋਹ ਨਹੀਂ ਰਹਿ ਜਾਵੇਗਾ ਤੇ ਕਿਸੇ ਗੱਲ ਦਾ ਹੰਕਾਰ ਨਹੀਂ ਰਹੇਗਾ, ਜਿਹੜਾ ਮਨ ਕਰਕੇ ਇਹਦੇ ਤੇ ਧਿਆਨ ਕਰੇਗਾ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ ਜਦੋਂ ਪਤਾ ਲੱਗ ਗਿਆ ਕਿ ਉਹਦੀ ਤਾਕਤ ਤੋਂ ਬਿਨਾਂ ਹੋਰ ਕਿਸੇ ਦੀ ਤਾਕਤ ਬਰਾਬਰ ਨਹੀਂ ਤੇ ਉਹਦੀ ਸ਼ਰਨ ਵਿੱਚ ਜੀਵ ਆਉਂਦਾ ਹੈ ਤੇ ਫਿਰ ਬੇਨਤੀ ਕਰਦਾ ਹੈ ਸ੍ਰਿਸ਼ਟੀ ਦੇ ਮਾਲਕ ਇੱਕ ਤੂੰ ਹੀ ਸਥਿਰ ਹੈ, ਸਦਾ ਰਹਿਣ ਵਾਲਾ ਹੈ। ਕਿਉਂਕਿ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਸ ਕਰਕੇ ਉਹ ਪਰਮੇਸ਼ਰ ਸਦਾ ਰਹਿਣ ਵਾਲਾ ਹੈ, ਹਰ ਥਾਂ 'ਤੇ ਉਹਦੀ ਤਾਕਤ ਹੈ। ਹੁਣ ਧਰਤੀ ਜਿਹੜੀ ਤੇ ਭਾਵੇਂ ਕੋਈ ਵੰਡ ਲਵੇ, ਪਾਣੀਆਂ ਦੀ ਵੰਡ ਹੋ ਗਈ, ਸਮੁੰਦਰਾਂ ਦੀ ਵੰਡ ਕਰ ਲਈ, ਪਰ ਕਦੀ ਕਿਸੇ ਨੇ ਸੂਰਜ ਨੂੰ ਨਹੀਂ ਵੰਡਿਆ। ਸੂਰਜ ਸਾਡੇ ਦੇਸ਼ ਦਾ ਹੈ, ਇਹ ਆਕਾਸ਼ ਸਾਡਾ ਹੈ, ਚੰਦਰਮਾ ਸਾਡਾ ਇੱਕ ਹੈ। ਇਸ ਕਰਕੇ ਜਿਵੇਂ ਸਾਰਿਆਂ ਦਾ ਸਾਂਝੇ ਹਨ, ਇਹ ਜਿਹੜੀ ਹਵਾ ਜਿਹੜੀ ਹੈ ਇੱਕ ਦੀ ਨਹੀਂ ਰਹਿੰਦੀ, ਪਤਾ ਨਹੀਂ ਕਿੱਥੋਂ ਆਉਂਦੀ ਕਿੱਥੇ ਜਾਣਾ ਹੈ ਨੇ, ਕਿੰਨੇ ਜੀਵਾਂ ਦੇ ਰਾਹੀਂ ਹੋ ਕੇ ਹਵਾ ਚੱਲਦੀ ਹੈ। ਫਿਰ ਗਰੀਬ ਦੇ ਘਰ ਵੀ ਹਵਾ ਚੱਲ ਸਕਦੀ ਹੈ, ਰਾਜੇ ਦੇ ਘਰ ਵੀ ਜਾ ਸਕਦੀ ਹੈ, ਜਿਹੜੀ ਹੈ ਚੰਗੀ ਥਾਂ ਹੈ ਉੱਥੇ ਵੀ ਹਵਾ ਚੱਲਦੀ ਹੈ, ਗੰਦਗੀ ਦੇ ਵਿੱਚ ਵੀ ਹਵਾ ਹੁੰਦੀ ਹੈ। ਪਰ ਇਹ ਵੱਖਰੀ ਗੱਲ ਹੈ ਜਿੱਥੇ ਚੰਗਾ ਸੋਹਣਾ ਸਥਾਨ ਹੋਵੇਗਾ, ਕੋਈ ਹੋਰ ਫੁੱਲ ਬਗੀਚੇ ਹੋਣਗੇ, ਉੱਥੇ ਹਵਾ ਸੁਗੰਧੀ ਵਾਲੀ ਹੋ ਜਾਂਦੀ ਹੈ। ਜਿੱਥੇ ਭੈੜੀ ਜਗ੍ਹਾ ਹੋਵੇਗੀ ਉਹ ਬਦਬੂ ਵਾਲੀ ਹਵਾ ਹੋ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਜੀ ਕਹਿੰਦੇ ਭਾਈ ਜਿਹੋ ਜੀ ਸੰਗਤ ਹੋਵੇਗੀ
ਉਹ ਜੀ ਤੁਹਾਡੇ ਵਿੱਚ ਬਦਬੋ ਖੁਸ਼ਬੂ ਦਾ ਅਸਰ ਪਵੇਗਾ। ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਹੋ ਜੀ ਸੰਗਤ ਦਾ ਅਸਰ ਹੋ ਗਿਆ ਉਹਦੇ ਅਨੁਸਾਰ ਜੀਵ ਦਾ ਸਾਰਾ ਹੀ ਚੱਕਰ ਚੱਲਣਾ ਹੈ। ਅਤੇ ਮਹਾਰਾਜ ਜੀ ਕਥਨ ਕਰਦੇ, ਹੇ ਪਰਮੇਸ਼ਰ ਤੂੰ ਹੀ ਸਦਾ ਰਹਿਣ ਵਾਲਾ ਹੈ, ਇਸ ਕਰਕੇ ਤਿਸ ਆਪ ਜੀ ਦੀ ਹੀ ਮੈਨੂੰ ਓਟ ਹੈ। ਜਦ ਗੁਰ ਉਪਦੇਸ਼ ਦੀ ਰਤੀ ਭਰ ਵੀ ਚੋਟ ਮਨ ਵਿੱਚ ਲੱਗੀ ਤਾਂ ਇਸ ਗੁਣ ਦੀ ਮਾਰੀ ਹੋਈ ਹੰਗਤਾ ਮਰ ਗਈ। ਭਾਵ ਜਦੋਂ ਗੁਰੂ ਦਾ ਬਚਨ ਸਾਡੇ ਹਿਰਦੇ ਵਿੱਚ ਵਸ ਜਾਵੇ ਤੇ ਇਵੇਂ ਹੁੰਦਾ ਹੈ ਜਿਵੇਂ ਕੋਈ ਸ਼ਿਕਾਰ ਭੱਜਾ ਜਾਂਦਾ ਹੈ, ਉਹਨੂੰ ਤੀਰ ਵੱਜਦਾ ਹੈ ਤੇ ਇੱਕਦਮ ਉਹ ਡਿੱਗ ਪੈਂਦਾ ਹੈ, ਉਹਦੇ ਅੰਦਰੋਂ ਹੌਕ ਨਿਕਲਦੀ ਹੈ, ਖੂਨ ਨਿਕਲਦਾ ਹੈ। ਇਸੇ ਤਰ੍ਹਾਂ ਭਾਵੇਂ ਬਚਨ ਅਸੀਂ ਕਿੰਨੇ ਸੁਣਦੇ ਹਾਂ, ਸਾਡਾ ਮਨ ਸਾਹਮਣੇ ਨਹੀਂ। ਜਦੋਂ ਮਨ ਸਾਹਮਣੇ ਹੋਇਆ ਤੇ ਗੁਰੂ ਦਾ ਬਚਨ ਵਿੱਚ ਵੱਜਾ, ਦਿਲ ਦੇ ਵਿੱਚ ਆ ਕਰਕੇ ਤੇ ਮਨ ਵਿੰਨਿਆ ਜਾਂਦਾ ਹੈ। ਤੇ ਉਹ ਜਾਨਵਰ ਜਿਹੜਾ ਜਦੋਂ ਮਰਦਾ ਹੈ ਉਹਦੇ ਅੰਦਰੋਂ ਹੌਕਾ ਨਿਕਲਦਾ ਹੈ, ਹਾਏ ਨਿਕਲਦੀ ਹੈ, ਖੂਨ ਨਿਕਲਦਾ ਹੈ। ਤੇ ਜਿਹਦੇ ਮਨ ਤੇ ਗੁਰੂ ਦੇ ਸ਼ਬਦ ਦਾ, ਗੁਰੂ ਕੀ ਬਾਣੀ ਦਾ, ਗੁਰੂ ਕੀ ਕਥਾ ਦਾ, ਨਾਮ ਦਾ ਅਸਰ ਹੋਵੇਗਾ, ਉਹਦੇ ਅੰਦਰੋਂ ਵਾਹਿਗੁਰੂ 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 ਨਿਕਲੇਗਾ ਤੇ ਅੰਦਰ ਵਿਰਾਗ ਪੈਦਾ ਹੋਵੇਗਾ। ਖੂਨ ਦੇ ਥਾਂ ਵਿਰਾਗ ਪ੍ਰੇਮ ਪੈਦਾ ਹੋਵੇਗਾ। ਇਸ ਕਰਕੇ ਮਹਾਰਾਜ ਜੀ ਕਥਨ ਕਰਦੇ ਹਨ ਕਿ ਹੰਕਾਰ ਦੂਰ ਹੋ ਜਾਂਦਾ ਹੈ ਜਿਹਨੂੰ ਨੇ ਆਪਣਾ ਬਣਾ ਲਿਆ ਹੈ। ਘਾਟ ਇਹੀ ਹੈ ਕਿ ਗੁਰੂ ਬਚਨ ਕਰਦੇ ਹਨ ਪਰ ਇਹ ਮਨ ਸਾਹਮਣੇ ਨਹੀਂ ਹੁੰਦਾ, ਆਸੇ ਪਾਸੇ ਚਲਿਆ ਜਾਂਦਾ ਹੈ। ਇਹ ਕਾਲ ਦੀ ਸ਼ੈਤਾਨੀ ਹੈ, ਮਨ ਨੂੰ ਡਲਾ ਦਿੰਦਾ ਹੈ। ਤਾਂ ਹੀ ਕਿਹਾ ਡੰਡੌਤ ਬੰਧਨ ਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਉਹਦੇ ਅੱਗੇ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰ ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੇ, ਕਰਮ ਨ ਜਾਣਾ ਧਰਮ ਨ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈ ਤੁਮਾਰੀ। ਹੇ ਮਹਾਰਾਜ ਮੇਰਾ ਨਾਂ ਪੈ ਗਿਆ ਕਿ ਰੱਬ ਦਾ ਬੰਦਾ ਹੈ, ਇਸ ਕਰਕੇ ਹੁਣ ਨਾਂ ਤੇਰਾ ਵੱਜਣਾ ਹੈ। ਜਿਵੇਂ ਮਾੜੇ ਕੰਮ ਕਰਾਂਗਾ ਤੇ ਤੈਨੂੰ ਉਲਾਮਾ ਹੈ, ਤੇ ਜੇ ਮੈਨੂੰ ਚੰਗੇ ਪਾਸੇ ਲਾ ਦੇਵੇਂਗਾ ਤੇ ਤੇਰੀ ਸੋਭਾ ਹੈ। ਕਿਉਂਕਿ ਜਦੋਂ ਪਰਮੇਸ਼ਰ ਨੂੰ ਆਪਣੀ ਜਿਹੜੀ ਹੈ ਵਡਿਆਈ ਕਰਨੀ ਹੁੰਦੀ ਹੈ, ਆਪਣੀ ਵਡਿਆਈ ਪਰਮੇਸ਼ਰ ਨਹੀਂ ਕਰਾਉਣਾ ਚਾਹੁੰਦਾ, ਉਹ ਆਪਣੇ ਭਗਤਾਂ ਦੀ ਵਡਿਆਈ ਕਰਾ ਦਿੰਦਾ ਤੇ ਕਹਿੰਦਾ ਮੇਰੀ ਹੀ ਵਡਿਆਈ ਹੈ। ਇਸ ਕਰਕੇ ਜਿਹੜੇ ਉਹਨੂੰ ਯਾਦ ਕਰਦੇ ਹਨ, ਪਰਮੇਸ਼ਰ ਨੇ ਭਗਤ ਪੈਦਾ ਕੀਤੇ ਹਨ ਤੇ ਭਗਤਾਂ ਨੇ, ਰੱਬ ਦੇ ਪਿਆਰਿਆਂ ਨੇ ਰੱਬ ਨੂੰ ਜ਼ਾਹਰ ਵਿਖਾ ਦਿੱਤਾ ਦੁਨੀਆ ਦੇ ਵਿੱਚ ਕਿ ਪਰਮੇਸ਼ਰ ਹੈ। ਕਿਉਂਕਿ ਬਾਣੀ ਵਿੱਚ ਕਿਹਾ ਹੈ, ਜਨਮ ਭਗਤਾਂ ਦਾ ਸਫਲ ਹੋਇਆ ਹੈ ਜਿਨ੍ਹਾਂ ਪਰਮੇਸ਼ਰ ਨੂੰ ਪੁੱਤਰਾਂ ਵਾਲਾ ਕਰ ਦਿੱਤਾ। ਭਗਤ ਪਿਆਰੇ ਰੱਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ। ਇਸ ਕਰਕੇ ਜੇ ਭਗਤ ਨਾ ਹੁੰਦੇ, ਰੱਬ ਦੇ ਨਾਮ ਜਪਣ ਵਾਲੇ ਨਾ ਹੁੰਦੇ, ਤੇ ਦੁਨੀਆ ਨੇ ਫਿਰ ਸਾਰੀ ਨੇ ਇਹ ਕਹਿਣਾ ਸੀ ਰੱਬ ਕੋਈ ਨਹੀਂ। ਅੱਜ ਹੁੰਦਿਆਂ ਵੀ ਇਹ ਤਾਂ ਹੀ ਕਹੀ ਜਾ ਰਹੇ ਹਨ, ਪਰ ਸਤਿਗੁਰੂ ਜੀ ਕਹਿੰਦੇ ਹਨ ਜਿਹੜੇ ਕਰਮਾਂ ਵਾਲੇ, ਭਾਗਾਂ ਵਾਲੇ, ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਸ਼ੁਭ ਮਤ ਵਾਲੇ ਜਿਹੜੇ ਹਨ, ਉਹ ਪਰਮੇਸ਼ਰ ਨੂੰ ਫਿਰ ਮਿਲ ਪੈਂਦੇ ਹਨ ਜਦੋਂ ਇਹੋ ਜਿਹੀਆਂ ਚੰਗੇ ਬਖਸ਼ਿਆਂ ਦੀ ਸੰਗਤ ਹੁੰਦੀ ਹੈ। ਗੁਰੂ ਕੀ ਸਾਧ ਸੰਗਤ ਇੱਕ ਆਮ ਕਰਕੇ ਬਚਨ ਚੱਲਦਾ ਹੈ, ਉਹ ਸਲੋਕਾਂ ਵਿੱਚ ਬਚਨ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਅੰਦਰ, ਤੇ ਆਮ ਉਹ ਬਾਹਰ ਰਚਨਾ ਦੱਸੀ ਜਾਂਦੀ ਭਗਤ ਫਰੀਦ ਜੀ ਦੀ। ਉੱਠ ਫਰੀਦਾ ਸੁੱਤਿਆ ਦੁਨੀਆ ਭਾਲਣ ਜਾ, ਕੋਈ ਮਿਲੇ ਰੱਬ ਦਾ ਬਖਸ਼ਿਆ ਤੇ ਤੂੰ ਹੀ ਬਖਸ਼ਿਆ ਜਾ। ਇਸ ਕਰਕੇ ਜੁੜਿਆਂ ਦੀ ਸੰਗਤ ਹੋਵੇ, ਬਖਸ਼ਿਆਂ ਦੀ ਸੰਗਤ ਹੋਵੇ, ਮਹਾਰਾਜ ਕਿਰਪਾ ਕਰੇ। ਉਹਦੇ ਅੱਗੇ ਬੇਨਤੀ ਕਰੀਏ, ਮਹਾਰਾਜ ਕਿਰਪਾ ਕਰ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਤੇਰੇ ਦਰਸ਼ਨ ਦਿਦਾਰੇ ਹੁੰਦੇ ਰਹਿਣ। ਗੁਰੂ ਪਿਆਰੇ ਸਾਧ ਸੰਗਤ ਦੇ ਨਾਲ ਹੀ ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਹੈ। ਮਹਾਰਾਜ ਕਿਰਪਾ ਕਰਨ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ, ਪੰਥ ਦਾ, ਸੰਗਤ ਦਾ ਵਾਧਾ ਹੋਏ, ਏਕਤਾ ਹੋਵੇ। ਸ਼ੁਭ ਕਾਰਜ ਸਤਿਗੁਰੂ ਜੀ ਆਪਣੇ ਪ੍ਰੇਮੀਆਂ ਦੇ ਰਾਸ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਔਗਣਾਂ ਨੂੰ ਨਾ ਚਿਤਾਰਨਾ, ਅੱਗੇ ਤੋਂ ਸੋਝੀ ਬਖਸ਼ਣੀ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ। ਕਿਰਪਾ ਕਰਨੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।